ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਿ ਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉद्धਦ ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਚਬਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਦੀ ਕਿਰਪਾ ਰਹਿਮਤ ਹੋਈ ਹੈ। ਸ਼ਾਮ ਦੇ ਸਮੇਂ ਦੀਆਂ ਸਤਸੰਗ ਘੜੀਆਂ ਪ੍ਰਾਪਤ ਹਨ ਜੋ ਦਸਾਂ ਪਾਤਸ਼ਾਹੀਆਂ ਦਾ ਇਤਿਹਾਸ ਬਹੁਤ ਹੀ ਸਤਿਕਾਰਯੋਗ ਕਵੀ ਸੰਤ ਰੇਣ ਪ੍ਰੇਮ ਸਿੰਘ ਜੀ ਤ੍ਰਿਹਣ ਬੰਸ ਉਹਨਾਂ ਨੇ ਜੋ ਗ੍ਰੰਥ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥ ਇਤਿਹਾਸ ਲਿਖਿਆ, ਜਿਸ ਦੀ ਲੜੀਵਾਰ ਜੋ ਕਥਾ ਹੈ ਉਹ ਕੁਝ ਸਮੇਂ ਤੋਂ ਮਾਈ ਭਾਈ ਸਰਵਣ ਕਰ ਰਹੇ ਹੋ। ਛੇਵੇਂ ਪਾਤਸ਼ਾਹ ਮਹਾਰਾਜ ਜੀ ਦਾ ਜੀਵਨ ਪ੍ਰਸੰਗ 6ਵੇਂ ਮਹੱਲੇ ਦੀ ਕਥਾ ਚੱਲ ਰਹੀ ਹੈ। ਕੱਲ ਲੜੀ ਤਹਿਤ ਆਪਾਂ ਇਹ ਇਤਿਹਾਸ ਪੜ੍ਹਿਆ ਸੁਣਿਆ ਕਿ ਗਰੀਬ ਨਵਾਜ ਪਾਤਸ਼ਾਹ ਜੀ ਗਵਾਲੀਅਰ ਦੇ ਕਿਲੇ ਵਿੱਚ ਮੀਰੀ ਪੀਰੀ ਦੇ ਮਾਲਕ ਗਏ ਹੋਏ ਹਨ। ਇੱਧਰ ਜਦੋਂ ਸਮਾਂ ਲੰਘਦਾ ਵੇਖਿਆ ਜਹਾਂਗੀਰ ਬਾਦਸ਼ਾਹ ਨੂੰ ਭੁੱਲ ਭੁਲਾ ਦਿੱਤਾ ਹੈ, ਤਾਂ ਫਿਰ ਭਾਈ ਜੇਠਾ ਜੀ ਭਾਈ ਪ੍ਰਾਣਾ ਜੀ ਨੇ ਸ਼ੇਰਾਂ ਦਾ ਰੂਪ ਧਾਰਨ ਕਰਕੇ ਰਾਤ ਨੂੰ ਜਹਾਂਗੀਰ ਬਾਦਸ਼ਾਹ ਦੀ ਛਾਤੀ ਤੇ ਪੰਜਾ ਮਾਰਨਾ। ਰਾਤਾਂ ਨੂੰ ਇਹਨੂੰ ਨੀਂਦ ਆਉਣੀ ਬੰਦ ਹੋ ਗਈ। ਇਲਾਜ ਜੇ ਕਰਾਉਂਦਾ ਆਖਰ ਸਾਈਂ ਮੀਆਂ ਮੀਰ ਪੀਰ ਜਲਾਲ ਇਹਨਾਂ ਕੋਲ ਬੇਨਤੀ ਕੀਤੀ। ਉਹ ਕਹਿਣ ਲੱਗੇ ਵੀ ਤੁਸੀਂ ਕੋਈ ਬ੍ਰਹਮ ਗਿਆਨੀ ਜਿਹੜਾ ਪੁਰਸ਼ ਹੈ ਉਸ ਨੂੰ ਤੇਰੇ ਰਾਜ ਵਿੱਚ ਜਿਹੜਾ ਹੈ ਦੁੱਖ ਹੋਇਆ ਹੈ। ਭਾਵ ਕਿ ਤੇਰੇ ਰਾਜ ਦੇ ਵਿੱਚ ਐਸਾ ਬ੍ਰਹਮ ਗਿਆਨੀ ਪੁਰਸ਼ ਨੂੰ ਜੋ ਦੁੱਖ ਦੇਣਾ। ਤਾਂ ਫਿਰ ਇਹ ਸਾਰੀ ਗੱਲ ਕਿ ਬ੍ਰਹਮ ਗਿਆਨੀ ਦੇ ਲੱਛਣ ਕੀ ਹਨ। ਗਰੀਬ ਨਵਾਜ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੋ ਗਵਾਲੀਅਰ ਦੇ ਕਿਲੇ ਵਿੱਚ ਬੰਦ ਨੇ, ਉਹ ਪੀਰਾਂ ਨੇ ਕਿਹਾ ਵੀ ਇਹਨਾਂ ਦੇ ਪਿਤਾ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਉਹਨਾਂ ਦੀ ਅਵੱਗਿਆ ਤੇਰੇ ਰਾਜ ਵਿੱਚ ਹੋਈ ਹੈ, ਇਹਦਾ ਫਲ ਤੈਨੂੰ ਮਿਲ ਰਿਹਾ। ਸਾਰੀ ਗੱਲ ਦੱਸਤੀ। ਚੰਦੂ ਨੇ ਆਹ ਕੁਝ ਕੀਤਾ। ਅਜੇ ਤੋਂ ਐਸੇ ਧੀਰਜ ਵਾਲੇ ਸੀ, ਮੁੱਖੋਂ ਕੋਈ ਉਹਨਾਂ ਸਰਾਪ ਨਹੀਂ ਕਿਹਾ ਹੈ। ਉਹਨਾਂ ਦਾ ਹੀ ਰੂਪ ਨੇ ਗੁਰੂ ਹਰਗੋਬਿੰਦ ਸਾਹਿਬ, ਜਿਨ੍ਹਾਂ ਨੂੰ ਤੂੰ ਚੰਦੂ ਦੇ ਕਹਿਣ ਉੱਤੇ ਗਵਾਲੀਅਰ ਦੇ ਕਿਲੇ ਵਿੱਚ ਬਿਠਾਇਆ ਹੈ।
ਤਾਂ ਫਿਰ ਇਹਨੇ ਵਜ਼ੀਰ ਖਾਨ ਨੂੰ ਸੱਦ ਕੇ ਮਹਾਰਾਜ ਨੂੰ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਕਿਰਪਾ ਕਰੋ, ਆਪ ਜੀ ਗਵਾਲੀਅਰ ਕਿਲੇ ਤੋਂ ਬਾਹਰ ਆ ਜਾਓ। ਗੁਰੂ ਸਾਹਿਬ ਕਹਿਣ ਲੱਗੇ ਵੀ ਅਸੀਂ ਆਵਾਂਗੇ, ਪਰ ਜਿਹੜੇ ਇੱਥੇ ਰਾਜੇ ਆ ਨਾ, ਇਹਨਾਂ ਦੀ ਬੰਦ ਖਲਾਸੀ ਕਰ। ਫੇਰ ਐਸਾ ਬਹਾਨਾ ਮਹਾਰਾਜ, ਜਿਹੜੇ ਤੁਹਾਡਾ ਪੱਲਾ ਫੜ ਕੇ ਆ ਜਾਣਗੇ ਉਹ ਬਾਹਰ ਆ ਜਾਣ, ਬਾਕੀ ਅੰਦਰੇ ਰਹਿਣ। ਫੇਰ ਗੁਰਮੁਖੋ 50 ਕਲੀਆਂ ਤੇ 2 ਤਣੀਆਂ, 52 ਸੀ ਰਾਜੇ। ਜਦੋਂ 50 ਪੱਲੇ ਫੜ ਲਏ, 2 ਰਹਿ ਗਏ। ਮਹਾਰਾਜ ਜੀ ਸਾਡਾ ਸਤਿਗੁਰੂ ਕਹਿੰਦੇ ਤੁਸੀਂ ਭਾਈ ਚੋਲੇ ਦੀਆਂ ਤਣੀਆਂ ਫੜ ਲਓ। ਕਿਉਂ ਗਰੀਬ ਨਵਾਜ ਪਾਤਸ਼ਾਹ 52 ਜਿਹੜੇ ਕੈਦੀ ਰਾਜੇ ਐ, ਉਹਨਾਂ ਨੂੰ ਗਵਾਲੀਅਰ ਦੀ ਜੇਲ੍ਹ ਵਿੱਚੋਂ ਛੁਡਾ ਕੇ ਬੰਦੀ ਛੋੜ ਦਾਤਾ ਬਣ ਕੇ ਬਾਹਰ ਆਏ ਐ। ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੀ ਮਹਿਮਾ ਫਿਰ ਜੋ ਕਵੀ ਸੰਤ ਰੇਣ ਪ੍ਰੇਮ ਸਿੰਘ ਜੀ ਨੇ ਕੁਝ ਪੁਰਾਤਨ ਜਿਹੜੀਆਂ ਕਥਾ ਕਹਾਣੀਆਂ ਉਹਨਾਂ ਦੇ ਪ੍ਰਮਾਣ ਦੇ ਕੇ ਵੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦੀ ਤੇ ਐਸੀ ਸਿਫਤ ਹੈ, 52 ਨ੍ਰਿਪ ਕੀ ਜਿਨ ਸੰਗ ਭੀਰ, ਨਿਕਸੇ ਵਹਿਰ ਥਿਰੇ ਗੰਭੀਰ। ਬਾਹਰ ਆ ਕੇ ਸਤਿਗੁਰੂ ਰੁਕੇ ਨੇ ਤੇ ਉਹ ਮਹਿਮਾ ਕੈਸੀ ਹੈ ਕੁਝ ਪ੍ਰਮਾਣ ਦੇ ਕੇ ਸੰਤ ਰੇਣ ਜੀ ਜਿਵੇਂ ਅੱਗੇ ਆਪਾਂ ਨੂੰ ਇਤਿਹਾਸ ਦੱਸ ਰਹੇ ਨੇ, ਪ੍ਰੇਮ ਤੇ ਸਤਿਕਾਰ ਦੇ ਨਾਲ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਬਿਤ ਸੰਕਟ ਨਰਕ ਕੋ ਬਿਕਟ, ਜੇ ਬਰਲਾਪ ਜੈਸੇ। ਤਾਂ ਹੁਣ ਕਵੀ ਜੀ ਨੇ ਰਾਜਾ ਜਨਕ ਦਾ ਪ੍ਰਮਾਣ ਦਿੱਤਾ ਕਿ ਜਿਵੇਂ ਨਰਕਾਂ ਦੇ ਦੁੱਖ ਵਿੱਚ ਬਹੁਤ ਹੀ ਨਰਕਵਾਸੀ ਉਹ ਬਰਲਾਪ ਕਰਦੇ ਵੇਖੇ। ਜਦੋਂ ਰਾਜਾ ਜਨਕ ਲੰਘਿਆ, ਉਹਨਾਂ ਬਰਲਾਪ ਕੀਤਾ ਵੀ ਐ ਰਾਜੇ ਜਨਕ, ਤੂੰ ਵੱਡਾ ਭਗਤ ਐ, ਸਾਡੇ ਤੇ ਵੀ ਮਿਹਰ ਕਰਦੇ, ਸਾਡਾ ਖਹਿੜਾ ਛਡਾ ਦੇ ਪਾਪੀਆਂ ਦਾ। ਤਾਂ ਤਰਸ ਆ ਗਿਆ ਉਹਨਾਂ ਨੂੰ। ਫਿਰ ਕਿਵੇਂ ਨਰਕਾਂ ਚੋਂ ਛਡਾਇਆ, ਇੱਕ ਘੜੀ ਦਾ ਸਿਮਰਨ ਦੇ ਕਰਕੇ ਦੇਖੋ ਸਾਰੇ ਪਾਪ ਖਤਮ ਕਰ ਦਿੱਤੇ। ਨਰਕ 18 ਕੁੰਟ ਖਾਲੀ ਕਰਤੇ ਸੀ। ਤੇ ਉਹ ਫਿਰ ਬਰਲਾਪ ਕਰਨ ਵਾਲੇ ਜਿਵੇਂ ਨਰਕਾਂ ਦੇ ਵਿੱਚ ਸਨ, ਰਾਜੇ ਜਨਕ ਦੇ ਇੱਕ ਘੜੀ ਦੇ ਸਿਮਰਨ ਬਦਲੇ ਉਹਨਾਂ ਦੇ ਪਾਪ ਨਾਸ਼ ਹੋਏ ਔਰ ਉਹ ਬਾਹਰ ਆਏ। ਕਿਉਂਕਿ ਨਾਮ ਸਿਮਰਨ ਐਸਾ ਗਿਆਨ ਪ੍ਰਕਾਸ਼ ਹੈ, ਜਿਵੇਂ ਲੱਖਾਂ ਮਣ ਰੂਹ ਹੋਵੇ ਜਾਂ ਲੱਖਾਂ ਮਣ ਲੱਕੜਾਂ ਪਈਆਂ ਹੋਣ, ਅੱਗ ਦੀ ਇੱਕ ਚਿੰਗਾਰੀ ਉਹਨਾਂ ਨੂੰ ਸੁਆਹ ਬਣਾ ਦਿੰਦੀ ਹੈ। ਇਸੇ ਤਰ੍ਹਾਂ ਪਰਮੇਸ਼ਰ ਜੋ ਹੈ ਅਣਗਿਣਤ ਪਾਪਾਂ ਦਾ ਨਾਸ਼ ਕਰ ਦਿੰਦਾ ਹੈ ਆਪਣੇ ਨਾਮ ਦੇ ਦੁਆਰਾ। ਰਾਜੇ ਜਨਕ ਨੇ ਨਾਮ ਇੱਕ ਘੜੀ ਦਾ ਜੋ ਦਿੱਤਾ, ਉਹਦੇ ਬਦਲੇ ਉਹਨਾਂ ਦੇ ਸਾਰੇ ਹੀ ਪਾਪ ਮਿਟ ਗਏ। ਸੰਕਟ ਨਰਕ ਕੋ ਬਿਕਟ, ਜੇ ਬਰਲਾਪ ਜੈਸੇ। ਜਿਵੇਂ ਉਹ ਦੇਖੋ ਨਰਕ ਦੇ ਦੁੱਖਾਂ ਵਿੱਚ ਬਰਲਾਪ ਕਰਦੇ ਹੋਏ, ਨਿਕਸੇ ਨਸੰਗ ਸੰਗ ਜਨਕ ਨਰਿੰਦ ਕੇ। ਉਹ ਭਾਈ ਨਿਸੰਗ ਹੋ ਕੇ, ਬੇਫਿਕਰ ਹੋ ਕੇ ਰਾਜੇ ਜਨਕ ਦੇ ਨਾਲ ਬਾਹਰ ਨਿਕਲੇ। ਕਹਿ ਦੋ ਉੱਡ ਬ੍ਰਿੰਦ ਕਰ, ਓਜ ਕੋ ਬਿਲੰਦ ਰਾਹੋ। ਇਹ ਦੂਜਾ ਪ੍ਰਮਾਣ ਦਿੰਦੇ ਹੈ ਕਿ ਜਿਹੜੇ ਤਾਰੇ ਨੇ ਇਹਨਾਂ ਨੂੰ ਕੋਈ ਇਸ ਤਰ੍ਹਾਂ ਜਦੋਂ ਰਾਹੂ ਗ੍ਰਹਿ ਜਿਹੜਾ ਹੈ ਉਹ ਭਾਰੀ ਪੈ ਜਾਂਦਾ ਤੇ ਤਾਰਿਆਂ ਦੀ ਚਮਕ ਘਟਾ ਦਿੰਦਾ। ਤਾਰਿਆਂ ਨੂੰ ਜਦੋਂ ਘੇਰ ਲੈਂਦਾ ਹੈ ਤਾਂ ਇਹੋ ਜੀ ਪ੍ਰਾਤਨ ਗ੍ਰੰਥਾਂ 'ਚ ਕਥਾ ਹੈ ਕਿ ਫਿਰ ਜਿੱਦਾਂ ਪੂਰਨਮਾਸ਼ੀ ਦਾ ਚੰਦਰਮਾ ਆਉਂਦਾ ਨਾ, ਇਹ ਰਾਹੂ ਦਾ ਪ੍ਰਭਾਵ ਘਟਾ ਦਿੰਦਾ ਹੈ। ਇਸ ਕਰਕੇ ਫਿਰ ਉਹ ਤਾਰੇ ਜਿਹੜੇ ਨੇ ਰਾਹੂ ਦੇ ਪ੍ਰਭਾਵ ਤੋਂ ਛੁੱਟ ਕੇ ਫਿਰ ਚਮਕਦੇ ਨੇ। ਉਹ ਪ੍ਰਮਾਣ ਦਿੰਦੇ ਆ ਵੀ ਇਉਂ ਜਿਵੇਂ ਚੰਦਰਮਾ ਨੇ ਰਾਹੂ ਦੇ ਪ੍ਰਭਾਵ ਤੋਂ ਤਾਰਿਆਂ ਨੂੰ ਛਡਾ ਕੇ ਫਿਰ ਚਮਕਣ ਲਾ ਦਿੱਤਾ, ਇਸੇ ਤਰ੍ਹਾਂ ਹੀ ਗੁਰੂ ਹਰਗੋਬਿੰਦ ਸਾਹਿਬ ਨੇ ਕਿਰਪਾ ਕੀਤੀ। ਕਹਿ ਦੋ ਉੱਡ ਬ੍ਰਿੰਦ ਕਰ, ਓਜ ਕੋ ਬਿਲੰਦ ਰਾਹੋ।
ਜਿਵੇਂ ਕਹਿੰਦੇ ਜਾਂ ਦੂਜਾ ਹੈ ਕਿ ਉੱਡ ਬ੍ਰਿੰਦ, ਉੱਡ ਨਾਮ ਉੱਡਗਨ ਤਾਰਿਆਂ ਦਾ ਹੈ। ਬਹੁਤ ਜਿਹੜੇ ਤਾਰੇ ਨੇ ਉਹਨਾਂ ਨੂੰ ਓਜ ਕੋ ਬਿਲੰਦ ਰਾਹੂ, ਜਿਹੜਾ ਰਾਹੂ ਹੈ ਉਹਨੇ ਆਪਣੇ ਬਹੁਤ ਬਲ ਦੇ ਤਾਕਤ ਦੇ ਨਾਲ ਰੋਕੇ। ਛੁੱਟ ਚੱਲੇ ਸਾਥ ਪੂਰਨ ਸੋ ਚੰਦ ਕੇ, ਉਹ ਬਲ ਨਾਲ ਰੋਕੇ ਹੋਏ ਸੀ। ਪਰ ਪੂਰਨ ਚੰਦਰਮਾ, ਪੂਰਨਮਾਸੀ ਦੇ ਚੰਦਰਮਾ ਨੇ ਆਪਣੇ ਪ੍ਰਕਾਸ਼ ਨਾਲ ਰਾਹੂ ਦਾ ਪ੍ਰਭਾਵ ਘਟਾਤਾ ਤੇ ਦੇਖੋ ਉਹਦੇ ਨਾਲ ਭਾਈ ਸਾਰੇ ਹੀ ਜਿਹੜੇ ਤਾਰੇ ਹੈ ਰਾਹੂ ਪ੍ਰਭਾਵ ਤੋਂ ਛੁੱਟ ਚੱਲੇ, ਫਿਰ ਚਮਕਣ ਲੱਗ ਪਏ। ਕਹਿਦੋਂ ਘੇਰ ਆਨੀ ਨਾਰ ਸੁੰਦਰ ਮਹਾਨੀ ਦੈਂਤ, ਫਿਰ ਇੱਕ ਭਸਮਾਸੁਰ ਦੈਂਤ ਹੋਇਆ। ਤੇ ਦੁਆਪਰ ਯੁੱਗ ਦੀ ਕਥਾ ਹੈ ਕਿ ਇਹਨੇ 20,000 ਲੜਕੀਆਂ ਇਕੱਠੀਆਂ ਕਰ ਲਈਆਂ ਸੀ। ਭਸਮਾਸੁਰ ਦੈਂਤ ਕਹਿੰਦੇ 20,000 ਲੜਕੀਆਂ ਨਾਲ ਇਕੱਠੀਆਂ ਨਾਲ ਮੈਂ ਫੇਰੇ ਲੈਣੇ ਆ, ਸ਼ਾਦੀ ਕਰਨੀ ਹੈ। ਉਸ ਸਮੇਂ ਫਿਰ ਉਹਨਾਂ ਨੇ ਕ੍ਰਿਸ਼ਨ ਭਗਵਾਨ ਨੂੰ ਪੁਕਾਰਿਆ, ਬੇਨਤੀ ਕੀਤੀ ਵੀ ਹੇ ਕ੍ਰਿਸ਼ਨ ਭਗਵਾਨ ਸਾਨੂੰ ਛਡਾ। ਤਾਂ ਉਹ 20,000 ਲੜਕੀਆਂ ਨੂੰ ਛਡਾਇਆ। ਫਿਰ ਉਹ ਭਗਵਾਨ ਕ੍ਰਿਸ਼ਨ ਦੀਆਂ ਦਾਸੀਆਂ ਬਣ ਕੇ ਰਹੀਆਂ। ਉਹ ਗੱਲ ਦੱਸ ਰਹੇ ਨੇ, ਕਹਿਦੋਂ ਘੇਰ ਆਨੀ ਨਾਰ ਸੁੰਦਰ ਮਹਾਨੀ ਦੈਂਤ। ਜਾਂ ਫਿਰ ਕਹਿੰਦੇ ਜਿਵੇਂ ਉਸ ਭਸਮਾਸੁਰ ਦੈਂਤ ਨੇ ਕਿੰਨੀਆਂ ਹੀ ਲੜਕੀਆਂ ਜਿਹੜੀਆਂ ਸੁੰਦਰ ਸਨ ਉਹਨਾਂ ਨੂੰ ਘੇਰ ਲਿਆ, ਇਕੱਠੀਆਂ ਕਰ ਲਿਆ। ਹਾਨੀ ਕਰ ਲੀਨ ਪਾਛੇ ਗਮਨੀ ਗੋਬਿੰਦ ਕੇ, ਉਹਨਾਂ ਨੂੰ ਫਿਰ ਜਿਹੜਾ ਉਸ ਦੈਂਤ ਨੂੰ ਨਾਸ਼ ਕਰਕੇ ਉਹਨਾਂ ਲੜਕੀਆਂ ਨੂੰ ਛਡਾਇਆ। ਤਾਂ ਉਹ ਫਿਰ ਪਿੱਛੇ ਗੋਬਿੰਦ ਭਾਵ ਕ੍ਰਿਸ਼ਨ ਭਗਵਾਨ ਦੇ ਪਿੱਛੇ ਛੁੱਟ ਕਰਕੇ ਤੁਰ ਪਈਆਂ ਦਾਸੀਆਂ ਬਣ ਕੇ। ਤੈਨ ਕੇ ਮਨਿੰਦ ਆਜ ਸੋਭਤ ਮੁਕੰਦ ਮਹਾ, ਤਿੰਨ ਕੇ ਮਨਿੰਦ ਉਹਨਾਂ ਵਾਂਗੂ ਉਹਨਾਂ ਤੋਂ ਵੀ ਵੱਧ ਮਹਾਨ ਅੱਜ ਭਾਈ ਸੋਭਤ ਮੁਕੰਦ ਮਹਾ, ਅੱਜ ਮੁਕਤੀ ਦੇ ਦਾਤੇ ਉਦੋਂ ਵੀ ਵੱਧ ਜਿਹੜੇ ਗੁਰੂ ਹਰਗੋਬਿੰਦ ਸਾਹਿਬ ਹੈ ਉਹ ਇਉਂ ਸੋਭ ਰਹੇ ਹਨ। ਨਿਕਸੇ ਨਰਿੰਦ ਸੰਗ ਸ੍ਰੀ ਹਰਗੋਬਿੰਦ ਕੇ, ਜਦੋਂ ਭਾਈ ਜਿਹੜੇ ਰਾਜੇ ਗਵਾਲੀਅਰ ਦੀ ਜੇਲ੍ਹ ਵਿੱਚੋਂ ਬਾਹਰ ਨਿਕਲੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ, ਸਵਈਆ ਦੇਸ ਬਦੇਸਨ ਜੀਤ ਭਲੇ ਇੱਕ, ਜੋ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜੀਤ ਭਲੇ ਬਹੁਤ ਹੀ ਇੱਕ ਭਾਈ ਵੱਡੀਆਂ ਜਿੱਤਾਂ ਕਰਕੇ ਰਾਜ ਭਇਓ ਬੜ ਤੇਜ ਪ੍ਰਕਾਸ਼ੀ, ਇੱਕ ਬਹੁਤ ਵੱਡਾ ਰਾਜ ਵੱਡੇ ਤੇਜ ਪ੍ਰਕਾਸ਼ ਵਾਲਾ ਹੋਇਆ। ਨਹਿ ਰਹਿਓ ਅਵਨੀ ਤਲ ਕੋ ਅਸ, ਫਿਰ ਵੀ ਕਹਿੰਦੇ ਧਰਤੀ ਦੇ ਤਲ ਉੱਤੇ ਐਡਾ ਕੋਈ ਵੱਡੇ ਤੋਂ ਵੱਡਾ ਵੀ ਜਿਹੜਾ ਰਾਜਾ ਹੋਇਆ। ਨਹਿ ਰਹਿਓ ਅਵਨੀ ਤਲ ਕੋ ਅਸ, ਇਹੋ ਜਿਹਾ ਕੋਈ ਵੀ ਧਰਤੀ ਦੇ ਉੱਤੇ ਨਹੀਂ ਰਿਹਾ। ਜੋ ਰਣ ਠਾਨ ਕਰੈ ਬਲ ਨਾਸੀ, ਐਸਾ ਭਾਈ ਕੋਈ ਰਾਜਾ ਨਹੀਂ ਦੇਸ਼ਾਂ ਵਿਦੇਸ਼ਾਂ ਵਿੱਚ। ਗੁਰੂ ਹਰਗੋਬਿੰਦ ਸਾਹਿਬ ਸੱਚਾ ਪਾਤਸ਼ਾਹੀ ਹੈ ਜਿਹੜਾ ਭਾਈ ਇਸ ਜਹਾਂਗੀਰ ਬਾਦਸ਼ਾਹ ਦੇ ਰਾਜ ਨੂੰ ਕੌਣ ਹੈ ਕੋਈ ਚੈਲੰਜ ਕਰਨ ਵਾਲਾ? ਕਿਹੜਾ ਸੀ ਭਲਾ? ਕੋਈ ਜਹਾਂਗੀਰ ਤੋਂ ਕੌਣ ਛਡਾ ਦਿੰਦਾ? ਕੋਈ ਵੱਡਾ ਹੁੰਦਾ ਉਹੀ ਛਡਾਉਂਦਾ ਨਾ। ਹੁਣ ਜਿਵੇਂ ਹਾਈ ਕੋਰਟ ਹੈ ਉਹ ਕਿਸੇ ਨੂੰ ਸਜ਼ਾ ਦੇ ਦੇ ਤਾਂ ਉਹਦੀ ਸਜ਼ਾ ਜਿਹੜੀ ਆ ਸੁਪਰੀਮ ਕੋਰਟ ਉੱਪਰਲੀ ਕੋਰਟ ਹੀ ਮਾਫ ਕਰੂ। ਸੁਪਰੀਮ ਕੋਰਟ ਕੁਝ ਕਰ ਦੇਵੇ ਤਾਂ ਫਿਰ ਸਭ ਤੋਂ ਉੱਪਰ ਰਾਸ਼ਟਰਪਤੀ ਹੈ, ਤੇ ਜੇ ਉਹਨੇ ਵੀ ਮੰਗ ਠੁਕਰਾਤੀ ਫਿਰ ਕੌਣ ਕਰੇਗਾ? ਇਸ ਕਰਕੇ ਉੱਪਰਲਾ ਜਿਹੜਾ ਹੁੰਦਾ ਹੈ ਕਿਸੇ ਨੇ ਸਜ਼ਾ ਦੇਤੀ ਤਾਂ ਉਦੋਂ ਉੱਪਰਲਾ ਉਹਦੀ ਬੰਦ ਖਲਾਸੀ ਕਰ ਸਕਦਾ ਹੈ। ਕਹਿੰਦੇ ਦੇਸ਼ ਵਿਦੇਸ਼ਨ ਜੀਤ ਭਲੇ ਇੱਕ ਰਾਜ ਭਇਓ ਬੜ ਤੇਜ ਪ੍ਰਕਾਸ਼ੀ, ਸਾਰੇ ਦੇਸ਼ਾਂ ਵਿਦੇਸ਼ਾਂ ਨੂੰ ਜਿੱਤ ਕਰਕੇ ਜਹਾਂਗੀਰ ਬਾਦਸ਼ਾਹ ਦਾ ਬੜਾ ਤੇਜ ਪ੍ਰਤਾਪ ਵਾਲਾ ਇਹ ਰਾਜ ਇਸ ਧਰਤੀ ਤੇ ਹੋਇਆ। ਨਾਹੀਂ ਰਹਿਓ ਅਵਨੀ ਤਲ ਕੋ ਅਸ, ਤੇ ਜਹਾਂਗੀਰ ਦੇ ਬਰਾਬਰ ਹੁਣ ਧਰਤੀ ਤਲ ਦੇ ਉੱਤੇ ਐਸਾ ਕੋਈ ਨਹੀਂ ਸੀ ਰਿਹਾ। ਜੋ ਰਣ ਠਾਨ ਕਰੈ ਬਲ ਨਾਸੀ,
ਜਿਹੜਾ ਕੋਈ ਜਹਾਂਗੀਰ ਨਾ ਜੰਗ ਕਰਕੇ ਦਾ ਬਲ ਨਾਸ਼ ਕਰ ਸਕਦਾ। ਦੀਹੀ ਵਧਿਓ ਤੁਰ ਕੇਸ ਪ੍ਰਤਾਪ। ਤਾਂ ਇਹ ਜਿਹੜਾ ਸੀ ਤੁਰਕੇਸ਼ ਤੁਰਕ ਏਸ਼ ਜਹਾਂਗੀਰ ਬਾਦਸ਼ਾਹ ਤੁਰਕਾਂ ਦਾ ਰਾਜਾ, ਇਹਦਾ ਪ੍ਰਤਾਪ ਇਉਂ ਇੰਨਾ ਜ਼ਿਆਦੇ ਸੰਸਾਰ ਤੇ ਦੇਸ਼ ਵਿੱਚ ਵੱਧ ਗਿਆ। ਗਹੇ ਨ੍ਰਿਪਤਾਹੇ ਨ ਸਠੋਰਨ ਆਸੀ। ਫਿਰ ਉਹ ਰਾਜੇ ਜਿਹੜੇ ਸਨ ਸਾਰੇ ਇਸ ਨੇ ਗ੍ਰਿਫਤਾਰ ਕਰ ਲਏ ਸੀ, ਜਿਨ੍ਹਾਂ ਨੂੰ ਕੋਈ ਛੁੱਟਣ ਦੀ ਆਸ ਨਹੀਂ ਸੀ। ਸ੍ਰੀ ਹਰਿ ਗੋਬਿੰਦ ਧੀਰ ਬਿਨਾ। ਤਾਂ ਭਾਈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਉਹਨਾਂ ਦੇ ਧੀਰਜ ਬਿਨਾ ਜਾਂ ਧੀਰਜਵਾਨ ਸਤਿਗੁਰੂ ਤੋਂ ਬਿਨਾ ਕਹੋ ਕੌਣ ਕਰੇ ਅਸ ਬੰਦ ਖਲਾਸੀ। ਦੱਸੋ ਭਾਈ ਐਸੀ ਬੰਦ ਖਲਾਸੀ ਹੋਰ ਕੌਣ ਕਰ ਸਕਦਾ? ਕੋਈ ਹੈ ਸੀ ਉਸ ਸਮੇਂ ਮਹਾਰਾਜ ਤੋਂ ਬਿਨਾ ਦੁਨੀਆ ਦੇ ਤਖਤੇ ਤੇ ਜਿਹੜਾ ਉਹਨਾਂ ਰਾਜਿਆਂ ਨੂੰ ਛੁਡਾ ਦਿੰਦਾ। ਚੌਪਈ ਨਿਕਸ ਦੁਰਗ ਤੇ ਗੁਰ ਭੇ ਖਰੇ। ਦੁਰਗ ਕਿਲੇ ਤੋਂ ਬਾਹਰ ਨਿਕਲ ਕੇ ਸਤਿਗੁਰੂ ਖੜੇ ਹਨ। ਤਬਹਿ ਲੋਹਾਰ ਬੁਲਾਵਨ ਕਰੇ। ਤਾਂ ਫਿਰ ਲੋਹਾਰ ਨੂੰ ਸੱਦਿਆ ਹੈ। ਸਭ ਕੇ ਪਗ ਬੰਧਨ ਕਟਵਾਏ। ਸਾਰੇ ਰਾਜਿਆਂ ਦੇ ਜਿਹੜੀਆਂ ਪੈਰਾਂ ਨੂੰ ਬੇੜੀਆਂ ਪਾਈਆਂ ਸੀ ਉਹ ਕਟਵਾਈਆਂ ਹਨ। ਹੋਏ ਨਿਰਬੰਧ ਮਹਿਕ ਮਹਿਪ ਹਰ ਖਾਈ। ਤਾਂ ਬੰਧਨ ਤੋਂ ਰਹਿਤ ਹੋ ਕੇ ਜਦੋਂ ਬੇੜੀਆਂ ਲੈ ਗਈਆਂ, ਮਹਿਪ ਮਹੀਪਤ ਜਿਹੜੇ ਰਾਜੇ ਨੇ ਖੁਸ਼ ਹੋਏ। ਦਾਰੋਗਾ ਤਿੰਨ ਸੰਗ ਲਗਾਇਓ। ਜਿਹੜਾ ਦਰੋਗਾ ਹੈ ਉਹਨਾਂ ਦੇ ਨਾਲ ਚੱਲਿਆ ਹੈ। ਦਿੱਲੀ ਸ਼ਾਹ ਢਿੱਗ ਤਿਨਹਿ ਪਠਾਇਓ। ਤੇ ਦਿੱਲੀ ਬਾਦਸ਼ਾਹ ਦੇ ਕੋਲੇ ਫਿਰ ਇਹਨਾਂ ਰਾਜਿਆਂ ਨੂੰ ਭੇਜਿਆ। ਲੈ ਵਜ਼ੀਰ ਖਾਂ ਸਤਿਗੁਰ ਸੰਗ। ਇਧਰ ਵਜ਼ੀਰ ਖਾਂ ਗੁਰੂ ਪਾਤਸ਼ਾਹ ਮਹਾਰਾਜ ਨੂੰ ਨਾਲ ਲੈ ਕੇ ਸਿੱਖਨ ਜੁੱਤ ਚੱਲ ਪਰੇ ਉਮੰਗ। ਸਿੱਖਾਂ ਦੇ ਸਮੇਤ ਬਹੁਤ ਉਤਸ਼ਾਹ ਦੇ ਨਾਲ ਚੱਲ ਪਏ ਹਨ। ਆਏ ਟਿਕੇ ਮਜਨੂ ਅਸਥਾਨਾ। ਆ ਕੇ ਮਜਨੂ ਦੇ ਟਿੱਲੇ ਵਾਲੇ ਸਥਾਨ ਤੇ ਰੁਕੇ ਹਨ। ਖਾਂ ਵਜ਼ੀਰ ਢਿੱਗ ਸ਼ਾਹ ਪਿਆਨਾ। ਤਾਂ ਫਿਰ ਹੁਣ ਵਜ਼ੀਰ ਖਾਂ ਜਿਹੜਾ ਹੈ ਬਾਦਸ਼ਾਹ ਕੋਲ ਨੂੰ ਗਿਆ ਹੈ। ਨਮਰ ਭਇਓ ਜਬ ਕਰੀ ਸਲਾਮ। ਤੇ ਜਦੋਂ ਭਾਈ ਨਿਮਰਤਾ ਸਹਿਤ ਹੋ ਕੇ ਸਲਾਮ ਕੀਤੀ, ਬੋਲਿਓ ਹਜ਼ਰਤ ਲੈ ਇਸ ਨਾਮ। ਜਿਹੜਾ ਜਹਾਂਗੀਰ ਬਾਦਸ਼ਾਹ ਹੈ ਉਹ ਇਹਦਾ ਵਜ਼ੀਰ ਖਾਂ ਦਾ ਨਾਮ ਲੈ ਕੇ ਕਹਿੰਦਾ ਹੈ, ਗੁਰੂ ਸੰਗ ਆਇਓ ਕੈ ਨਾਹੀ। ਐ ਵਜ਼ੀਰ ਖਾਂ ਦੱਸ ਵੀ ਗੁਰੂ ਸਾਹਿਬ ਨਾਲ ਆ ਗਏ ਹਨ ਕਿ ਨਹੀਂ ਆਏ। ਕਹਿ ਵਜ਼ੀਰ ਖਾਂ ਮੁਦਤ ਖੁਦਾਹੀ। ਕਹਿ ਵਜ਼ੀਰ ਖਾਂ ਮਦਦ ਖੁਦਾਹੀ। ਵਜ਼ੀਰ ਖਾਂ ਕਹਿੰਦਾ, ਰਾਜਾ ਇਹ ਤੇ ਖੁਦਾ ਨੇ ਹੀ ਮਦਦ ਕੀਤੀ ਹੈ। ਪੂਰਨ ਭਈ ਮੁਰਾਦ ਤੁਹਾਰੀ। ਤੇਰੇ ਮਨ ਦੀ ਜਿਹੜੀ ਮੁਰਾਦ ਸੀ, ਇੱਛਾ, ਉਹ ਪੂਰੀ ਹੋ ਗਈ ਹੈ। ਮਜਨੂ ਥਲ ਥਿਰ ਗੁਰੂ ਸਵਾਰੀ। ਗੁਰੂ ਪਾਤਸ਼ਾਹ ਮਹਾਰਾਜ ਦੀ ਸਵਾਰੀ ਮਜਨੂ ਢਿੱਲੇ ਸਥਾਨ ਤੇ ਟਿਕੀ ਹੈ। ਸੁਧ ਦੈਬੋ ਹਿਤ ਹਮੈ ਪਠਾਈ। ਤੇ ਖਬਰ ਦੇਣ ਵਾਸਤੇ ਹੀ ਸਾਨੂੰ ਭੇਜਿਆ। ਜਬ ਚਾਹੋ ਲਿਹੋ ਦਰਸ਼ਨ ਪਾਏ। ਤੂੰ ਜਦੋਂ ਚਾਹੇ ਮਹਾਰਾਜ ਦੇ ਦਰਸ਼ਨ ਕਰ ਸਕਦਾ ਹੈ। ਸੁਨਤ ਸ਼ਾਹ ਬਹੁ ਆਨੰਦ ਪਾਇਓ। ਤਾਂ ਬਾਦਸ਼ਾਹ ਨੇ ਸੁਣ ਕੇ ਬੜੀ ਖੁਸ਼ੀ ਮਹਿਸੂਸ ਕੀਤੀ। ਗੁਰ ਦਰਸ਼ਨ ਹਿਤ ਮਨ ਲਲਚਾਇਓ। ਗੁਰੂ ਮਹਾਰਾਜ ਦੇ ਦਰਸ਼ਨਾਂ ਵਾਸਤੇ ਦਾ ਮਨ ਲਲਚਾਉਂਦਾ ਹੈ। ਹੈ ਪੰਜ ਗੈ ਇੱਕ ਜ਼ੀਨ ਅੰਬਾਰੀ। ਹੈ ਪੰਜ ਗੈ ਇੱਕ। ਹੈ ਨਾਮ ਘੋੜੇ ਦਾ ਤੇ ਗੈ ਨਾਮ ਹਾਥੀ ਦਾ। ਹੈਵਰ ਗੈਵਰ। ਹੈ ਦਾ ਭਾਵ ਹੈ ਪੰਜ, ਪੰਜ ਘੋੜੇ, ਗੈ ਇੱਕ, ਇੱਕ ਹਾਥੀ, ਜ਼ੀਨ ਅੰਬਾਰੀ।
ਤੇ ਘੋੜੇ ਦੇ ਉੱਤੇ ਜ਼ੀਨ ਕਹੀਏ ਕਾਠੀ, ਹਾਥੀ ਦੇ ਉੱਤੇ ਅੰਬਾਰੀ ਹੈ। ਭਾਵ 5 ਘੋੜੇ ਕਾਠੀਆਂ ਸਮੇਤ ਔਰ ਇੱਕ ਹਾਥੀ ਅੰਬਾਰੀ ਦੇ ਸਮੇਤ। ਬਹੁ ਮੁੱਲੇ ਚਾਮੀ ਕਰ ਸਾਰੀ, ਤੇ ਬਹੁਤ ਹੀ ਮੁੱਲ ਦੇ ਜਿਹੜੇ ਜੀਨ ਤੇ ਅੰਬਾਰੀ, ਕਾਠੀਆਂ ਤੇ ਅੰਬਾਰੀ ਹੈ, ਚਾਮੀ ਕਰ ਜਿਹੜੀ ਗੁਰਮੁਖੋ ਸੋਨੇ ਦੇ ਨਾਲ ਮੜੇ ਆ, ਜਾਂ ਚਾਮੀ ਕਰ ਬਹੁਤ ਮੁੱਲ ਦੇ ਹੋਰ ਸੋਨੇ ਦੇ ਗਹਿਣੇ ਹਨ। ਕਲਗੀ ਮਾਲਾ ਮੁਕਤ ਮੰਗਾਈ, ਇੱਕ ਕਲਗੀ ਤੇ ਇੱਕ ਮੋਤੀਆਂ ਦੀ ਮਾਲਾ ਮੰਗਵਾਈ ਹੈ। ਸ਼ਸਤਰ 5 ਜੜਾਊ ਮਿਲਾਈ, ਫਿਰ 5 ਤਰ੍ਹਾਂ ਦੇ ਸ਼ਸਤਰ ਜਿਹੜੇ ਜੜਾਊ ਜਿਨ੍ਹਾਂ ਵਿੱਚ ਹੀਰੇ ਜਵਾਹਰਾਤ ਮੁੱਠਿਆਂ ਤੇ ਜੜੇ, ਇਸ ਤਰ੍ਹਾਂ ਜੜਾਊ ਮਿਲਾਏ ਹੋਏ 5 ਸ਼ਸਤਰ ਹਨ। ਅਪਰ ਭੇਟ ਬਹੁਤ ਤੋਹਫੇ ਲੀਨੇ, ਹੋਰ ਵੀ ਬਹੁਤ ਭੇਟਾਵਾਂ ਤੋਹੇ ਲਏ ਹਨ। ਚੱਲਿਓ ਸ਼ਾਹ ਦਰਸ਼ਨ ਚਿਤ ਭੀਨੇ, ਬਾਦਸ਼ਾਹ ਚੱਲਿਆ ਤੇ ਦਰਸ਼ਨਾਂ ਵਾਸਤੇ ਦਾ ਚਿਤ ਭਿੱਜਿਆ ਹੈ। ਉਤ ਗੁਰ ਡੇਰੇ ਪਹੁੰਚੋ ਜਾਵੈ, ਇਧਰ ਭਾਈ ਜਦੋਂ ਸਤਿਗੁਰੂ ਡੇਰੇ ਪਹੁੰਚੇ ਹਨ। ਭਈ ਸੁੱਧਪੁਰ ਦਿੱਲੀ ਸਭੈ, ਸਾਰੀ ਦਿੱਲੀ ਦੇ ਵਿੱਚ ਖਬਰ ਪਹੁੰਚੀ ਹੈ। ਹੁਮ ਹੁਮਾਏ ਸੰਗਤ ਬਹੁ ਆਈ, ਸੰਗਤਾਂ ਹੁਮ ਹੁਮਾ ਕੇ ਬਹੁਤ ਪਹੁੰਚੀਆਂ ਹਨ। ਸਭ ਹਨ ਕੇ ਮਨ ਭਈ ਵਧਾਈ, ਸਾਰਿਆਂ ਦੇ ਮਨ ਨੂੰ ਵਧਾਈਆਂ ਹੋਈਆਂ, ਇੱਕ ਦੂਜੇ ਨੂੰ ਵਧਾਈਆਂ ਦਿੰਦੇ ਹਨ। ਆਗੇ ਸਤਿਗੁਰ ਕੀਨ ਇਸ਼ਨਾਨੇ, ਇਧਰ ਪਹਿਲਾਂ ਸਤਿਗੁਰੂ ਜੀ ਨੇ ਇਸ਼ਨਾਨ ਕੀਤਾ ਹੈ। ਸਜ ਸਜਾਏ ਲਾ ਬੈਠ ਦੀਵਾਨੇ, ਹੁਣ ਮਹਾਰਾਜ ਵਸਤਰ ਸ਼ਸਤਰ ਸਜਾ ਕਰਕੇ ਦੀਵਾਨ ਲਾ ਕੇ ਬੈਠ ਗਏ। ਰਾਗੀ ਸ਼ਬਦ ਰਾਗ ਮਹਿ ਗਾਵੇ, ਰਾਗੀ ਰਾਗਾਂ ਵਿੱਚ ਸ਼ਬਦ ਗਾਉਂਦੇ ਹਨ। ਸੰਗਤ ਅਨਗਨ ਭੇਟ ਚੜਾਵੇ, ਸੰਗਤ ਜਿਹੜੀ ਹੈ ਅਨਗਨ ਬਹੁਤ ਤਰ੍ਹਾਂ ਦੀਆਂ ਔਰ ਬੇਅੰਤ ਭੇਟਾਵਾਂ ਚੜਾਉਂਦੀ ਹੈ। ਇਤਨੇ ਮਾਹਿ ਸ਼ਾਹ ਚੱਲ ਆਇਓ, ਇੰਨੇ ਨੂੰ ਜਹਾਂਗੀਰ ਬਾਦਸ਼ਾਹ ਉਹ ਆਇਆ ਚੱਲ ਕਰਕੇ। ਸਭ ਭੇਟਾ ਧਰ ਸੀਸ ਨਿਵਾਇਓ, ਸਾਰੀਆਂ ਭੇਟਾਵਾਂ ਮਹਾਰਾਜ ਅੱਗੇ ਰੱਖੀਆਂ ਤੇ ਸਿਰ ਨਿਵਾਇਆ ਹੈ। ਹਾਥ ਜੋੜ ਬਹੁ ਬਿਨੈ ਅਲਾਈ, ਹੱਥ ਜੋੜ ਕੇ ਬਹੁਤ ਬੇਨਤੀਆਂ ਕਰਦਾ ਹੈ। ਕਰਿਓ ਜਾਪ ਤਹਿ ਦੀਨੋ ਪ੍ਰਾਨ ਦਾਨ ਮੁਝ ਤਾਈ, ਕਹਿੰਦਾ ਮਹਾਰਾਜ ਤੁਸੀਂ ਮੈਨੂੰ ਤਾਂ ਪ੍ਰਾਣ ਹੀ ਦਾਨ ਵਿੱਚ ਦਿੱਤੇ ਹਨ। ਮਮ ਹਿਤ ਦੁਰਗ ਬਿਖੇ ਪਰਵੇਸ਼ੇ, ਮਹਾਰਾਜ ਤੁਸੀਂ ਮੇਰੇ ਭਲੇ ਵਾਸਤੇ ਕਿਲੇ ਦੇ ਵਿੱਚ ਪ੍ਰਵੇਸ਼ ਹੋਏ, ਗਵਾਲੀਅਰ ਕਿਲੇ ਵਿੱਚ ਗਏ। ਕਰਿਓ ਜਾਪ ਤਹਿ ਪ੍ਰੇਮ ਬਸੇਸੇ, ਜੋ ਪ੍ਰੇਮ ਦੇ ਸਹਿਤ ਤੁਸੀਂ ਪਰਮੇਸ਼ਰ ਦਾ ਜਾਪ ਕੀਤਾ। ਹਮ ਤੇ ਸਭ ਅਜੋਗਤਾ ਭਈ, ਸਾਡੇ ਤੋਂ ਤਾਂ ਮਹਾਰਾਜ ਸਭ ਕੁਝ ਅਜੋਗਤਾ ਹੀ ਹੋਇਆ, ਭਾਵ ਜੋ ਕੁਝ ਹੋਇਆ ਜੋਗ ਨਹੀਂ ਹੋਇਆ ਹੈ, ਸਾਤੋਂ ਤਾਂ ਗਲਤੀ ਹੋਈ ਹੈ। ਤਉ ਆਪਨੇ ਕਰਨਾ ਕਈ, ਫਿਰ ਵੀ ਮਹਾਰਾਜ ਤੁਸੀਂ ਤੇ ਕਿਰਪਾ ਹੀ ਕੀਤੀ ਹੈ। ਨਿਸਮੈ ਤਰਾਸਤ ਜਬ ਮੈਂ ਸੋਵਾਂ, ਮਹਾਰਾਜ ਰਾਤ ਦੇ ਸਮੇਂ ਜਦੋਂ ਮੈਂ ਸੌਂਦਾ ਸੀ ਬਹੁਤ ਡਰ ਭੈ ਮਿਲਦਾ। ਦੋਹੇ ਦਿਸ ਕੇ ਹਰਦਾਰਨ ਜੋਵਾਂ, ਮੈਂ ਤਾਂ ਆਪਦੇ ਦੋਵੇਂ ਪਾਸੇ ਬਹੁਤ ਭਿਆਨਕ ਸ਼ੇਰਾਂ ਨੂੰ ਵੇਖਦਾ ਸੀ। ਤਬ ਮੈਂ ਸਿਮਰਨ ਕਰੋ ਤੁਮਾਰਾ, ਤਦ ਮੈਂ ਮਹਾਰਾਜ ਜੀ ਤੁਹਾਡਾ ਹੀ ਸਿਮਰਨ ਕਰਦਾ। ਹਾਜ਼ਰ ਆਨ ਦੇਹੁ ਦੀਦਾਰਾ, ਸਤਿਗੁਰੂ ਜੀ ਤੁਸੀਂ ਫਿਰ ਕਿਰਪਾ ਕਰਦੇ, ਹਾਜ਼ਰ ਹੋ ਕੇ ਆਪ ਤੁਸੀਂ ਦਰਸ਼ਨ ਦੀਦਾਰ ਬਖਸ਼ਦੇ। ਚੱਲੋ ਜਾਹੇ ਜਬ ਦਰਸ਼ਨ ਪਾਏ, ਜਦੋਂ ਮੈਂ ਦਰਸ਼ਨ ਕਰ ਲੈਂਦਾ ਤੁਸੀਂ ਦਰਸ਼ਨ ਦੇ ਕੇ ਚਲੇ ਜਾਂਦੇ। ਰਾਚਕ ਭਏ ਪੀਰ ਸਭ ਥਾਏ,
ਤਾਂ ਜਿੰਨੇ ਪੀਰ ਨੇ ਫਿਰ ਮੇਰੀ ਰੱਛਿਆ ਵਾਸਤੇ ਹੋਏ ਸਾਰੇ। ਸ੍ਰੀ ਹਰਿ ਗੋਬਿੰਦ ਸੁਨ ਕਰ ਕਹਿਓ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਜਾਂ ਪਹਿਲਾ ਅਰਥ ਹੈ ਹਾਜ਼ਰ ਆਨ ਦੇਹੋ ਦੀਦਾਰਾ। ਹੁਣ ਤੁਸੀਂ ਮਹਾਰਾਜ ਇੱਥੇ ਹਾਜ਼ਰ ਹੋ ਕੇ ਦਰਸ਼ਨ ਦਿੱਤੇ, ਚੱਲੋ ਜਾਹੇ ਜਬ ਤਬ ਦਰਸ਼ਨ ਪਾਏ। ਮਹਾਰਾਜ ਜੀ ਜਦੋਂ ਤੁਸੀਂ ਚਲੇ ਜਾਂਦੇ ਤਾਂ ਅਸੀਂ ਤੁਹਾਡੇ ਦਰਸ਼ਨ ਪਾਈਏ। ਰਛਕ ਭਏ ਪੀਰ ਸਭ ਥਾਏ। ਸਭ ਜਗ੍ਹਾ ਤੇ ਪੀਰ ਜੀ ਸਾਡੀ ਰੱਛਾ ਤੁਸੀਂ ਕੀਤੀ। ਸ੍ਰੀ ਹਰਿ ਗੋਬਿੰਦ ਸੁਨ ਕਰ ਕਹਿਓ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੁਣ ਕੇ ਕਹਿਣ ਲੱਗੇ, ਗੁਰ ਘਰ ਮੁਕਰ ਮਨਿੰਦ ਸੁਲਹਿਓ। ਮਹਾਰਾਜ ਕਹਿੰਦੇ ਜੋ ਗੁਰੂ ਘਰ ਹੈ ਨਾ, ਇਹ ਇੱਕ ਬਹੁਤ ਵੱਡੇ ਮਹਾਨ ਸ਼ੀਸ਼ੇ ਦੀ ਤਰ੍ਹਾਂ ਹੈ। ਜਸ ਮੁਖ ਕਰ ਤਸ ਤਿਸ ਮਹਿ ਜੋਵੈ। ਜਿਹੋ ਜਿਹਾ ਕੋਈ ਮੂੰਹ ਬਣਾ ਕੇ ਸ਼ੀਸ਼ੇ ਦੇ ਵਿੱਚ ਵੇਖਦਾ ਹੈ, ਕਾਰਾ ਕਿਦੋ ਰੰਗ ਸ਼ੁਭ ਹੋਵੈ। ਉਹ ਭਾਵੇਂ ਕਾਲੇ ਰੰਗ ਦਾ ਹੋਵੇ ਜਾਂ ਸ਼ੁਭ ਚੰਗੇ ਚਿੱਟੇ, ਜਿਹੋ ਜਿਹੇ ਵੀ ਰੰਗ ਦਾ ਉਹੋ ਜਿਹਾ ਹੀ ਦੀਂਦਾ ਹੈ। ਤਿਮ ਸਤਿਗੁਰ ਕੇ ਮਿਲਨ ਮਝਾਰੀ। ਇਸੇ ਤਰ੍ਹਾਂ ਭਾਈ ਜਦੋਂ ਸਤਿਗੁਰੂ ਨੂੰ ਕੋਈ ਮਿਲਦਾ ਹੈ ਗੁਰੂ ਦੇ ਮਿਲਣ ਵਿੱਚ, ਜਿਵੇਂ ਕੋਈ ਸ਼ੀਸ਼ਾ ਹੈ, ਉਹ ਆਪਾਂ ਜਿਹੋ ਜਿਹੇ ਹੈਗੇ ਆ ਬਾਹਰੋਂ ਉਹੋ ਜਿਹਾ ਆਪਣਾ ਆਪਾ ਦਿਖਾ ਦਿੰਦਾ ਨਾ। ਗੁਰਮੁਖੋ ਗੁਰੂ ਵੀ ਸਾਡੇ ਅੰਦਰ ਦਾ ਸ਼ੀਸ਼ਾ ਸਾਨੂੰ ਦਿਖਾਉਂਦਾ। ਕਥਾ ਹੋਵੇ ਜਦੋਂ ਹੁੰਦੀ ਹੈ ਖਾਸ ਕਰਕੇ, ਉਦੋਂ ਗੁਰੂ ਸਾਨੂੰ ਸ਼ੀਸ਼ਾ ਦਿਖਾਉਂਦਾ। ਬਾਣੀ ਕੀ ਕਹਿੰਦੀ ਹੈ ਤੇ ਅਸੀਂ ਕੀ ਕਰਦੇ ਹਾਂ। ਇਤਿਹਾਸ ਵਿੱਚ ਕੀ ਕਰਦੇ ਰਹੇ ਸਿੱਖ ਦੇਖੋ, ਜਿਨ੍ਹਾਂ ਦਾ ਇਤਿਹਾਸ ਬਣਿਆ, ਤੇ ਅੱਜ ਅਸੀਂ ਕੀ ਕਰ ਰਹੇ ਹਾਂ। ਇਹ ਸ਼ੀਸ਼ਾ ਦਿਖਾਇਆ ਜਾਂਦਾ। ਕਹਾਵਤ ਵੀ ਹੈ ਵੀ ਫਲਾਣੇ ਨੇ ਤਾਂ ਸ਼ੀਸ਼ਾ ਦਿਖਾਤਾ, ਭਾਵ ਉਹਦੇ ਅੰਦਰ ਦੀ ਅਸਲੀਅਤ ਕੱਢ ਕੇ ਸਾਹਮਣੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਅੰਦਰ ਦੀ ਜਾਣਦੇ ਆ। ਇਸ ਕਰਕੇ ਕਿੰਨੇ ਮਰਜ਼ੀ ਉੱਤੋਂ ਅਸੀਂ ਚੰਗੇ ਬਣ ਆਈਏ, ਗੁਰੂ ਸਾਹਿਬ ਸਭ ਕੁਝ ਅੰਦਰ ਦਾ ਵੇਖ ਲੈਂਦੇ ਆ ਤੇ ਫਿਰ ਸਾਨੂੰ ਸ਼ੀਸ਼ਾ ਦਿਖਾ ਦਿੰਦੇ ਆ। ਉਹ ਭਲਿਆ ਆਹ ਦੇਖ ਤੂੰ ਅੰਦਰ ਕਿਹੋ ਜਿਹਾ। ਇਸ ਕਰਕੇ ਇੱਥੇ ਭਾਵਨਾ ਦੀ ਬਾਤ ਹੈ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਜਿਸ ਤਰ੍ਹਾਂ ਦੀ ਕੋਈ ਭਾਵਨਾ ਲੈ ਕੇ ਆਊ, ਉਹਨੂੰ ਉਹੋ ਜਿਹਾ ਫਲ ਮਿਲਦਾ ਹੈ। ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ, ਤਿਮ ਸਤਿਗੁਰ ਕੇ ਮਿਲਣ ਮਝਾਰੇ। ਇਸੇ ਤਰ੍ਹਾਂ ਸਤਿਗੁਰੂ ਨੂੰ ਮਿਲਣ ਦੇ ਵਿੱਚ ਖੋਟੀ ਭਲੀ ਭਾਵਨਾ ਧਾਰੇ। ਕੋਈ ਖੋਟੀ, ਕੋਈ ਮਾੜੀ, ਕੋਈ ਚੰਗੀ ਭਾਵਨਾ ਧਾਰਦਾ ਹੈ। ਤੈਸੋ ਫਲ ਅਵਲੋਕੈ ਸੋਏ। ਮਾੜੀ ਭਾਵਨਾ ਵਾਲਾ ਮਾੜੇ ਫਲ, ਚੰਗੀ ਭਾਵਨਾ ਵਾਲਾ ਚੰਗੇ ਫਲ, ਉਹੋ ਜਿਹੇ ਫਲ ਭਾਈ ਉਹ ਵੇਖ ਲੈਂਦਾ ਹੈ। ਫਲ ਕੋ ਭੁਗਤੈ ਲੋਕਨ ਦੋਏ। ਫਿਰ ਉਹ ਦੋਵਾਂ ਲੋਕਾਂ ਦੇ ਵਿੱਚ ਹੀ ਜੋ ਹੈ ਆਪਣੀ ਭਾਵਨਾ ਦੇ ਫਲਾਂ ਨੂੰ ਭੋਗਦਾ ਹੈ। ਰਹੀ ਆਦ ਤੇ ਸ਼ਰਧਾ ਤੁਮਾਰੀ। ਐ ਬਾਦਸ਼ਾਹ ਜਹਾਂਗੀਰ, ਤੂੰ ਮੁੱਢ ਤੋਂ ਤੇਰੀ ਸ਼ਰਧਾ ਜਿਹੜੀ ਹੈ ਉਹ ਜਦੋਂ ਦੀ ਗੁਰੂ ਘਰ ਤੇ ਰਹੀ ਹੈ। ਕਿਉਂ ਨਾ ਸਹਾਇਤਾ ਗੁਰੂ, ਕਿਉਂ ਸਹਾਇਤਾ ਗੁਰੂ ਨ ਧਾਰੇ। ਫਿਰ ਭਲਾ ਦੱਸ ਵੀ ਗੁਰੂ ਤੇਰੀ ਸਹਾਇਤਾ ਕਿਵੇਂ ਨਹੀਂ ਕਰੇਗਾ। ਅਸ ਬਿਦ ਬਚਨ ਕਰੇ ਗੁਰ ਪੂਰੇ। ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਪੂਰੇ ਗੁਰੂ ਜੀ ਨੇ ਬਚਨ ਕਹੇ। ਦਹਿਨੇ ਹੱਥ ਇੱਕ ਸਿਮਰ ਕਪੂਰੇ। ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਦਾਨੇ ਸੱਜੇ ਹੱਥ ਦੇ ਵਿੱਚ ਇੱਕ ਸਿਮਰ ਕਪੂਰੇ। ਸਿਮਰ ਦਾ ਭਾਵ ਹੈ ਸਿਮਰਨਾ, ਤੇ ਕਪੂਰ ਦਾ ਭਾਵ ਹੈ ਕਪੂਰ ਇੱਕ ਬੂਟਾ ਸੁਗੰਧੀ ਵਾਲੀ, ਭਾਵ ਉਹਦੀ ਜਿਹੜੀ ਲੱਕੜ ਸੀ ਨਾ, ਕਪੂਰ ਦੇ ਬੂਟੇ ਦੀ ਲੱਕੜੀ ਤੋਂ ਮਣਕੇ ਬਣਾਏ। ਪੁਰਾਤਨ ਸਮੇਂ ਵਿੱਚ ਇਸ ਤਰ੍ਹਾਂ ਬਹੁਤ ਮਿਹਨਤ ਨਾਲ ਜਿਹੜਾ ਮਾਲਾ ਬਣਦੀਆਂ ਹੁੰਦੀਆਂ ਸੀ। ਹੁਣ ਥੋੜਾ ਜਿਹਾ ਜਿਹੜਾ ਹੈ, ਇੱਕ ਤਾਂ ਆਹ ਜਿਹੜੀਆਂ ਮਾਲਾ ਜ਼ਿਆਦਾ ਬਣਨ ਲੱਗ ਗਈਆਂ ਪਲਾਸਟਿਕ ਜੇ ਦੀਆਂ, ਉਹ ਇਹਦਾ ਕੋਈ ਗੁਰਮੁਖੋ ਸਿਹਤ ਨੂੰ ਫਾਇਦਾ ਨਹੀਂ। ਠੀਕ ਹੈ ਵੀ ਪਰਮੇਸ਼ਰ ਦਾ ਨਾਮ ਜਪਦੇ ਆ, ਚਲੋ ਉਹਦੇ ਨਾਲ ਹੁੰਦਾ, ਪਰ
ਕੋਸ਼ਿਸ਼ ਕਰਿਆ ਕਰੋ ਮਾਲਾ ਫੇਰਨ ਵਾਲੇ ਲੱਕੜੀ ਦੀ ਤਾਂ ਲਾਓ ਨਾ ਘੱਟੋ ਘੱਟ। ਇਹ ਆਪਾਂ ਨੂੰ ਜਿਹੜਾ ਹੈ ਨਾ ਸਾਡੇ ਹੱਥਾਂ ਦਾ ਵੀ ਹੈ, ਸਾਰੇ ਪੁਆਇੰਟ ਨੇ। ਚਲੋ ਇਹ ਤਾਂ ਬਹੁਤ ਵੱਡੇ ਭਾਵ ਨੇ, ਉਹ ਵੀ ਸਹੀ ਹੋ ਜਾਂਦੇ। ਜਿਹੜੇ ਵੀ ਕੋਈ ਮਾਲਾ ਨਾਲ ਜਾਪ ਕਰਦੇ ਹਨ ਤਾਂ ਜਿਹੜੀ ਹੈ ਕੋਸ਼ਿਸ਼ ਕਰਿਓ ਲੱਕੜ ਦੀ ਜਿਹੜੇ ਮਣਕੇ ਆ ਮਾਲਾ, ਤੇ ਬਾਕੀ ਕੀਮਤੀ ਤੋਂ ਕੀਮਤੀ ਪਈਆਂ ਨੇ। ਇੱਕ ਉਹਨੂੰ ਇਲੈਕਟ੍ਰੋਨਿਕ ਵੀ ਆਈ ਹੈ, ਬਟਨ ਜਾਂ ਨੱਪਿਆ ਉੱਤੇ ਨੰਬਰ ਆਈ ਜਾਂਦਾ। ਚਲੋ ਉਹਦੇ ਨਾਲ ਇੰਨਾ ਕਿ ਹੱਠ ਨਾਲ ਹੋ ਜਾਂਦਾ ਕਿ ਇੰਨਾ ਪਾਠ ਕਰਨਾ ਹੈ, ਇੰਨਾ ਉਹ ਗੱਲ ਹੋ ਜਾਂਦੀ ਹੈ। ਪਰ ਇਹ ਜਿਹੜੀਆਂ ਮਾਲਾਂ ਨੇ ਇਹਨਾਂ ਦਾ ਸਾਡੀ ਸਿਹਤ ਸਰੀਰ ਲਈ ਵੀ ਫਾਇਦਾ ਹੋ ਜਾਂਦਾ ਹੈ। ਇਹ ਪੁਰਾਣੇ ਸਮੇਂ ਦੇ ਵਿੱਚ ਕੀਮਤੀ ਮਾਲਾ ਬਣਾਉਂਦੇ ਹੁੰਦੇ ਸੀ। ਉਹ ਕਪੂਰ ਦੇ ਬੂਟੇ ਤੋਂ ਜਿਹੜੀ ਉਹਦੀ ਲੱਕੜੀ ਸੀ ਉਹ ਤੋਂ ਮਣਕੇ ਬਣਾ ਕੇ ਮਾਲਾ ਬਣਾਈ ਹੋਈ ਸੀ। ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਹੱਥ ਦੇ ਵਿੱਚ, ਸੱਜੇ ਹੱਥ ਵਿੱਚ, ਦਾਹਿਨੇ ਹੱਥ ਇੱਕ ਸਿਮਰ ਕਪੂਰੇ, ਸੱਜੇ ਹੱਥ ਦੇ ਵਿੱਚ ਇੱਕ ਕਪੂਰ ਦਾ ਸਿਮਰਨਾ ਸੀ, ਭਾਵ ਕਪੂਰ ਦੀ ਲੱਕੜ ਦੇ ਮਣਕਿਆਂ ਦਾ ਸਿਮਰਨਾ ਸੀ। ਦੇਖ ਤਿਸੇ ਬੋਲਿਓ ਤਬ ਸ਼ਾਹੀ। ਉਸ ਮਾਲਾ ਨੂੰ ਵੇਖ ਕੇ ਬਾਦਸ਼ਾਹ ਕਹਿਣ ਲੱਗਿਆ, ਹੇ ਗੋਰੇ ਅਰਜ ਸੁਨੋ ਇੱਕ ਆਹੀ। ਹੇ ਗੁਰੂ ਪਾਤਸ਼ਾਹ ਜੀ, ਇੱਕ ਆ ਮੇਰੀ ਬੇਨਤੀ ਸੁਣੋ। ਇਹ ਜੋ ਸਿਮਰਨ ਹਾਥ ਤੁਮਾਰੀ। ਮਹਾਰਾਜ ਆ ਜੋ ਤੁਹਾਡੇ ਹੱਥ ਵਿੱਚ ਸਿਮਰਨਾ ਹੈ। ਆਸ ਕਪੂਰ ਸ਼ੁਭ ਕਬ ਨਾ ਨਿਹਾਰੇ। ਮੈਂ ਐਸਾ ਜਿਹੜਾ ਸ਼ੁੱਧ ਕਪੂਰ ਦਾ ਸਿਮਰਨਾ ਨਹੀਂ ਕਦੇ ਵੇਖਿਆ। ਇੱਕ ਮਣਕਾ ਜੇ ਇਨ ਤੇ ਪਾਉ। ਮਹਾਰਾਜ ਜੀ, ਇਸ ਮਾਲਾ ਵਿੱਚੋਂ ਇੱਕ ਮਣਕਾ ਮੈਨੂੰ ਤੁਸੀਂ ਨਿਸ਼ਾਨੀ ਵਜੋਂ ਦੇ ਦਿਓ, ਮੈਂ ਪ੍ਰਾਪਤ ਕਰਾਂ। ਨਿਜ ਮਾਲਾ ਕਾ ਮੇਰ ਬਣਾਉ। ਜੋ ਮਹਾਰਾਜ ਮੈਂ ਆਪਣੇ ਕੋਲ ਮਾਲਾ ਰੱਖਦਾ ਨਾ, ਉਸ ਮਾਲਾ ਦਾ ਮੇਰ ਮਣਕਾ, ਜਿਹੜਾ ਮੇਰੂ ਮਣਕਾ ਹੁੰਦਾ ਹੈ, ਉਹ ਮੈਂ ਬਣਾ ਲਵਾਂ। ਕਈ ਵਾਰੇ ਹੁੰਦਾ ਨਾ ਵੀ ਮਾਲਾ ਤਾਂ ਸਿੱਧੀ ਵੀ ਬਣ ਸਕਦੀ ਸੀ, ਮੇਰੂ ਕਿਉਂ ਵਿੱਚ ਇੱਕ ਮਣਕਾ ਲਾਇਆ ਜਾਂਦਾ ਹੈ। ਜਿਹੜੇ ਮਾਲਾ ਦਾ ਸਿਮਰਨ ਕਰਦੇ ਆ ਮਾਲਾ ਨਾਲ, ਉਹਨਾਂ ਲਈ ਵੀ ਜ਼ਰੂਰੀ ਹੈ ਕਿ ਜਦੋਂ ਆਪਾਂ ਸਿਮਰਦੇ ਆ ਤਾਂ ਇੱਕ ਮਣਕਾ ਉਹ ਵਾਧੂ ਹੁੰਦਾ ਹੈ ਗਿਣਤੀ ਤੋਂ। ਹੁਣ ਤਾਂ ਮਾਲਾ ਬਣਾਉਣ ਵਾਲੇ ਉਹਨੂੰ ਵਿੱਚ ਗਿਣ ਦਿੰਦੇ ਆ, ਵੈਸੇ ਉਹ ਜਿਹੜਾ ਹੈ ਜਿਵੇਂ 108 ਮਣਕੇ ਦੀ ਮਾਲਾ ਹੈ ਨਾ, ਤਾਂ ਉਹ 108 ਮਣਕਿਆਂ ਤੋਂ ਵੱਖਰਾ ਹੁੰਦਾ ਮੇਰੂ ਜਿਹੜਾ ਹੈ। ਤੇ ਸਿਮਰਨ ਮਾਲਾ ਫੇਰਦੇ ਆ, ਮਾਲਾ ਨਾਲ ਸਿਮਰਨ ਕਰਦੇ ਆ, ਜਦੋਂ ਮੇਰੂ ਮਣਕੇ ਤੱਕ ਚਲੇ ਗਏ ਉਦੋਂ ਗਾਹਾਂ ਨਹੀਂ ਟੱਪਣਾ, ਫਿਰ ਉਹਨੂੰ ਉੱਥੋਂ ਵਾਪਸ ਫੇਰ ਦੂਏ ਪਾਸੇ ਨੂੰ ਫੇਰਨਾ। ਮੇਰੂ ਜਿਹੜਾ ਹੈ ਨਾ, ਮੇਰੂ ਭਾਵ ਕੇ ਜਪਦੇ ਮੇਰੂ ਉੱਪਰ ਦੀ ਨਹੀਂ ਲੰਘਣਾ ਹੈ। ਜਦੋਂ ਤੋਂ ਮੇਰੂ ਤੱਕ ਚਲੇ ਗਏ, 108ਵਾਂ ਮਣਕਾ ਤੁਸੀਂ ਸਿਮਰਨ ਨਾਲ ਕਰ ਲਿਆ ਤੇ ਅੱਗੇ ਮੇਰੂ ਮਣਕਾ ਰਹਿ ਗਿਆ, ਉੱਥੋਂ ਮਾਲਾ ਘੁਮਾ ਲੈਣੀ ਹੈ ਤੇ ਉੱਥੋਂ ਫੇਰ ਵਾਪਸ ਹੋਵੇਂ, ਫੇਰ ਹੋਵੇਂ, ਭਾਵ ਮੇਰੂ ਮਣਕਾ ਟੱਪਣਾ ਨਹੀਂ ਹੈ। ਇਹ ਵੀ ਧਿਆਨ ਰੱਖਣਾ ਜਿਹੜੇ ਕੋਈ ਸਿਮਰਨ ਕਰਦੇ ਹਨ। ਸਤਿਗੁਰੂ ਸੱਚੇ ਪਾਤਸ਼ਾਹ ਨੂੰ ਕਹਿਣ ਲੱਗਿਆ, ਮਹਾਰਾਜ ਇੱਕ ਮਣਕਾ ਦੇ ਦਿਓ, ਮੈਂ ਆਪਣੇ ਕੋਲ ਜੋ ਮੇਰੇ ਕੋਲੇ ਮਾਲਾ ਹੈ ਉਸ ਦਾ ਮੈਂ ਇੱਕ ਇਹ ਮਣਕਾ ਜਿਹੜਾ ਹੈ ਨਿਜ ਮਾਲਾ ਕਾ ਮੇਰ ਬਣਾਉ, ਮੇਰੂ ਮਣਕਾ ਬਣਾਵਾਂਗਾ। ਜਬ ਹੇਰੋ ਮੈਂ ਨੈਣ ਉਗਾਰੀ। ਤੇ ਜਦੋਂ ਵੀ ਮਹਾਰਾਜ ਮੈਂ ਨੇਤਰ ਖੋਲ ਕੇ ਵੇਖਿਆ ਕਰਾਂਗਾ, ਤੁਮਹਿ ਚਿਤਾਰੋ ਹਿਰਦੇ ਮਝਾਰੀ। ਤਾਂ ਸਤਿਗੁਰੂ ਮੈਂ ਹਿਰਦੇ ਵਿੱਚ ਤੁਹਾਨੂੰ ਚੇਤੇ ਕਰਿਆ ਕਰੂੰ, ਦੂਜੇ ਤਰਾਸ ਨਹੀਂ ਮੈਂ ਪਾਵੋ। ਫਿਰ ਜੇ ਉਹ ਮਣਕਾ ਮੇਰੂ ਇਹ ਮਹਾਰਾਜ ਮੇਰੇ ਕੋਲੇ ਰਹੂਗਾ ਨਾ, ਦੂਜੀ ਗੱਲ ਫਿਰ ਮੈਨੂੰ ਕੋਈ ਡਰ ਨਹੀਂ ਲੱਗੂਗਾ, ਭੈ ਨਹੀਂ ਪਾਊਂਗਾ ਰਾਤ ਨੂੰ। ਤੁਮ ਕਰ ਕੋ ਜਬ ਅੰਗ ਲਗਾਵੋ। ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਤੁਹਾਡੇ ਪਵਿੱਤਰ ਹੱਥਾਂ ਦਾ ਇਹ ਮਣਕਾ ਮੈਂ ਆਪਣੇ ਨਾਲ ਲਾਵਾਂਗਾ, ਸੁਣ ਸਤਿਗੁਰ ਤਬ ਜ਼ਿਕਰ ਚਲਾਇਓ। ਤਾਂ ਉਹ ਸਮਾਂ ਆ ਗਿਆ। ਮਹਾਰਾਜ ਨੇ ਦੇਖੋ ਉਹਨੂੰ ਪ੍ਰੇਰਨਾ ਕਿਹੋ ਜੀ ਦਿੱਤੀ, ਮਣਕਾ ਮੰਗਿਆ ਇੱਕ, ਤਾਂ ਸਤਿਗੁਰੂ ਨੇ ਫਿਰ ਜ਼ਿਕਰ ਕਰ ਦਿੱਤਾ, ਚੰਦੂ ਦੀਵਾਨ ਜੋ ਤੁਮ ਢਹਿ ਆਇਓ। ਮਹਾਰਾਜ ਕਹਿੰਦੇ, ਬਾਦਸ਼ਾਹ ਇੱਕ ਮਣਕਾ ਕੀ ਕਰਨਾ, ਤੈਨੂੰ ਮਾਲਾ ਦੱਸ ਦਿੰਦੇ।
ਤੂੰ ਮਾਲਾ ਹੀ ਲੈ ਲਾ। ਜਿਹੜਾ ਤੇਰੇ ਕੋਲੇ ਚੰਦੂ ਦੀਵਾਨ ਰਹਿੰਦਾ ਹੈ, ਤਿਨ ਕੇ ਸਦਨ ਪਠੇ ਗੁਰ ਵੱਡੇ। ਉਹਦੇ ਘਰ ਵਿੱਚ ਤੂੰ ਵੱਡੇ ਸਤਿਗੁਰਾਂ ਨੂੰ ਭੇਜਿਆ ਸੀ। ਤਹਿ ਹੀ ਨਿਜ ਸਰੀਰ ਕੋ ਛੱਡੇ, ਜੋ ਉੱਥੇ ਹੀ ਉਹਨਾਂ ਨੇ ਆਪਣਾ ਸਰੀਰ ਛੱਡਿਆ ਹੈ। ਤਿਨ ਕੇ ਗਰ ਮਹਿ ਸੁੰਦਰ ਮਾਲਾ, ਉਹਨਾਂ ਦੇ ਗਲ ਵਿੱਚ ਜਹਾਂਗੀਰ ਬਹੁਤ ਸੁੰਦਰ ਗੁਰੂ ਅਰਜਨ ਦੇ ਪਾਤਸ਼ਾਹ ਦੇ ਮਾਲਾ ਪਾਈ ਹੁੰਦੀ। ਇਨ ਤੇ ਕੀਮਤ ਤਾਹਿ ਵਿਸਾਲਾ, ਉਸ ਮਾਲਾ ਦੀ ਕੀਮਤ ਆ ਮਾਲਾ ਤੋਂ ਵੀ ਮਹਾਨ ਹੈ, ਵੱਡੀ ਹੈ। ਸੋ ਚੰਦੂ ਕੇ ਘਰ ਮਹਿ ਰਹੀ, ਉਹ ਮਾਲਾ ਮਹਾਰਾਜ ਕਹਿੰਦੇ ਬਾਦਸ਼ਾਹ ਚੰਦੂ ਦੇ ਘਰ ਵਿੱਚ ਹੀ ਰਹਿ ਗਈ। ਲੇਹੁ ਮੰਗਾਏ ਚਾਹੋ ਜੇ ਸਹੀ, ਜੇ ਤੂੰ ਸਹੀ ਚਾਹੁੰਦਾ ਫਿਰ ਤੂੰ ਇਉਂ ਕਰ ਉਹ ਮਾਲਾ ਹੀ ਮੰਗਵਾ ਲੈ। ਸੁਨਤ ਸ਼ਾਹ ਮਨ ਕ੍ਰੋਧ ਵਢਾਈ, ਸਾਰੀ ਗੱਲ ਪਤਾ ਲੱਗੀ ਬਾਦਸ਼ਾਹ ਨੂੰ ਤੇ ਸੁਣ ਕੇ ਬਹੁਤ ਕ੍ਰੋਧ ਵਿੱਚ ਹੋਇਆ। ਹੁਕਮ ਦਇਓ ਚੰਦੂ ਗਹਿ ਲਿਆਈ। ਕਿਉਂਕਿ ਇੱਥੇ ਸੰਖੇਪ ਹੈ, ਕਬੀਰਾਜ ਸੰਤੋਖ ਸਿੰਘ ਜੀ ਨੇ ਬੜੇ ਵਿਸਥਾਰ ਨਾਲ ਗੱਲ ਦੱਸੀ। ਇਹ ਮੁਕਰੇ ਮੇਰੇ ਕੋਲੇ ਹੈ ਨਹੀਂ। ਫਿਰ ਇਹਦੇ ਘਰੋਂ ਮਾਲਾ ਨਿਕਲ ਆਈ। ਚੰਦੂ ਜਿਹੜਾ ਸੀ, ਹੁਕਮ ਦਇਓ ਚੰਦੂ ਗਹਿ ਲਿਆਏ, ਹੁਕਮ ਦਿੱਤਾ ਚੰਦੂ ਨੂੰ ਫੜ ਲਿਆਂਦਾ ਹੈ। ਪਿਖਤ ਕਹਿਓ ਚੰਦੂ ਮਤ ਮੰਦੂ, ਵੇਖ ਕੇ ਜਹਾਂਗੀਰ ਕਹਿਣ ਲੱਗਾ ਭੈੜੀ ਮੱਤ ਵਾਲਿਆ ਚੰਦੂ, ਗੁਰ ਅਪਰਾਧੀ ਹੈ ਬਿਲੰਦੂ, ਤੂੰ ਗੁਰੂ ਦਾ ਬਹੁਤ ਵੱਡਾ ਅਪਰਾਧੀ ਹੈ। ਮਾਲਾ ਤੁਮਰੇ ਘਰ ਗੁਰ ਕੇਰੀ, ਤੇਰੇ ਘਰ ਦੇ ਵਿੱਚ ਗੁਰੂ ਅਰਜਨ ਦੇ ਪਾਤਸ਼ਾਹ ਜੀ ਦੀ ਮਾਲਾ ਹੈ। ਮੰਗਵਾਵੋ ਹਮ ਢਿਗ ਬਿਨ ਦੇਰੀ, ਬਿਨਾਂ ਦੇਰ ਤੋਂ ਮਾਲਾ ਮੇਰੇ ਕੋਲੇ ਪਹੁੰਚਦੀ ਕਰ ਮੰਗਵਾ। ਸੁਣ ਚੰਦੂ ਮਨ ਬਹੁ ਘਬਰਾਇਓ, ਚੰਦੂ ਸੁਣ ਕੇ ਮਨ ਵਿੱਚ ਬਹੁਤ ਘਬਰਾ ਗਿਆ ਹੈ। ਪੀਪਰ ਪਾਤ ਸਮਾਨ ਕੰਪਾਇਓ, ਜਿਵੇਂ ਸਿਖਰ ਤੇ ਪਿੱਪਲ ਦਾ ਪੱਤਾ ਕੰਬਦਾ, ਇਸ ਤਰ੍ਹਾਂ ਪਿੱਪਲ ਦੇ ਪੱਤੇ ਵਾਂਗੂ ਕੰਬਿਆ ਹੈ। ਠਟਕ ਗਇਓ ਮੁਖ ਬਾਕ ਨਾ ਨਿਕਸੀ, ਠਠੰਬਰ ਗਿਆ, ਮੁਖੋਂ ਹੁਣ ਕੋਈ ਆਵਾਜ਼ ਨਹੀਂ ਨਿਕਲਦੀ। ਸਿੱਖ ਤਿਸ ਦਿਸ਼ਾ ਭੇਖ ਮਨ ਬਿਕਸੀ, ਸਿੱਖ ਦੀ ਹਾਲਤ ਨੂੰ ਵੇਖ ਕੇ ਖੁਸ਼ ਹੋਏ। ਸ਼ਾਹ ਹੁਕਮ ਕੁਟਬਾਰਹਿ ਦਿਉ, ਬਾਦਸ਼ਾਹ ਨੇ ਕੁਟਬਾਰਹਿ ਕੋਤਵਾਲ ਨੂੰ ਹੁਕਮ ਦਿੱਤਾ। ਗਏ ਗ੍ਰਹਿ ਜਾਏ ਤਲਾਸ਼ੀ ਕਿਉ, ਉਹ ਇਹਦੇ ਘਰ ਪਹੁੰਚੇ ਤੇ ਜਾ ਕੇ ਤਲਾਸ਼ੀ ਲਈ। ਨਿਕਸੀ ਮਾਲਾ ਬਹੁ ਸ਼ਮਿਆਨਾ, ਮਾਲਾ ਨਿਕਲੀ ਹੈ ਇੱਕ ਬਹੁਤ ਕੀਮਤੀ ਸ਼ਮਿਆਨਾ ਵੀ ਨਿਕਲਿਆ ਹੈ। ਆਏ ਸ਼ਾਹ ਢਿਗ ਰਾਖੀ ਆਨਾ, ਜਾਂ ਕਹੀਏ ਬਹੁਤ ਹੀ ਚਮਕਦਾਰ ਉਹ ਮਾਲਾ ਬਹੁਤ ਕੀਮਤੀ ਨਿਕਲ ਆਈ, ਬਾਦਸ਼ਾਹ ਕੋਲ ਲਿਆ ਕੇ ਰੱਖ ਦਿੱਤੀ। ਪਿਖਤ ਸ਼ਾਹੇ ਅਸ ਹੁਕਮ ਬਖਾਨਾ, ਵੇਖ ਕੇ ਬਾਦਸ਼ਾਹ ਨੇ ਐਸਾ ਹੁਕਮ ਕਿਹਾ। ਜਬਤ ਕਰੋ ਇਸ ਕਾ ਸਭ ਖਾਨਾ, ਜਿਹੜਾ ਬਾਦਸ਼ਾਹ ਉਹ ਕਹਿੰਦਾ ਹੈ ਚੰਦੂ ਦਾ ਜਿੰਨਾ ਵੀ ਘਰ ਹੈ ਸਾਰਾ ਜ਼ਬਤ ਕਰ ਲੋ। ਪੁਨਹ ਗੁਰੂ ਦਿਸ ਪਿਖ ਕਰ ਜੋਰਾ, ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਵੱਲ ਵੇਖਿਆ ਤੇ ਹੱਥ ਜੋੜ ਕਰਕੇ ਬਾਦਸ਼ਾਹ ਕਹਿੰਦਾ ਹੈ, ਹੇ ਗੁਰ ਇਹੋ ਅਪਰਾਧੀ ਤੋਰਾ, ਹੇ ਗੁਰੂ ਪਾਤਸ਼ਾਹ ਇਹ ਚੰਦੂ ਤੁਹਾਡਾ ਅਪਰਾਧੀ ਹੈ। ਗਹਿ ਲੇਵੋ ਇਸ ਦੇਹੁ ਸਜਾਏ, ਮਹਾਰਾਜ ਇਹਨੂੰ ਫੜ ਲੋ ਤੇ ਇਹਨੂੰ ਫੜ ਕੇ ਤੁਸੀਂ ਸਜ਼ਾ ਦੇਵੋ। ਹਮ ਤੇ ਪਾਪ ਇਨਹੁ ਕਰਵਾਈ, ਇਹਨੇ ਸਾਡੇ ਕੋਲੋਂ ਮਹਾਰਾਜ ਜੀ ਪਾਪ ਕਰਵਾਏ ਹਨ। ਨਹਿ ਕੁਛ ਦੋਸ਼ ਹਮਾਰਾ ਜਾਨੋ, ਮਹਾਰਾਜ ਇਹਦੇ ਵਿੱਚ ਮੇਰਾ ਕੋਈ ਦੋਸ਼ ਨਾ ਜਾਣਿਓ। ਬਹੁ ਫਰੇਬ ਇਸ ਪਾਪੀ ਠਾਨੋ, ਬਹੁਤ ਜਿਹੜਾ ਵੱਡਾ ਫਰੇਬ ਹੈ ਇਸ ਤੁਸੀਂ ਪਾਪੀ ਦਾ ਜਾਣ ਲਓ। ਇੱਥੇ ਕਈ ਇੱਕ ਤੋਜ ਕੇ ਜਹਾਂਗੀਰੀ ਦਾ ਜ਼ਿਕਰ ਕਰਦੇ ਆ ਕਿ ਉਹਦੇ ਵਿੱਚ ਜਹਾਂਗੀਰ ਬਾਦਸ਼ਾਹ ਨੇ ਕਿਹਾ ਕਿ ਗੁਰੂ ਅਰਜਨ ਦੇ ਪਾਤਸ਼ਾਹ ਅੰਮ੍ਰਿਤਸਰ ਉਹਨਾਂ ਦੀ ਦੁਕਾਨ ਹੈ,
ਇਹ ਦੁਕਾਨ ਨੂੰ ਮੈਂ ਬੰਦ ਕਰਾਉਣਾ, ਉਹ ਅਨੇਕਾਂ ਮੁਸਲਮਾਨਾਂ ਨੂੰ ਭਰਮਾ ਰਿਹਾ। ਹੋਰ ਉਹ ਅਸਲ ਵਿੱਚ ਜਦੋਂ ਬਹੁਤ ਜ਼ਿਆਦਾ ਚੁਗਲੀਆਂ ਹੋਈਆਂ ਤਾਂ ਉਸ ਸਮੇਂ ਜਿਵੇਂ ਫਿਰ ਇਹ ਗੱਲਾਂ ਵਿੱਚ ਕੰਨਾਂ ਦੇ ਕੱਚੇ ਨੇ ਆ ਕੇ ਉਹ ਲਿਖਤ ਦੇ ਵਿੱਚ ਲਿਖਿਆ, ਆਪਣੀ ਜੀਵਨੀ ਲਿਖਦਾ ਸੀ, ਉਹਦੇ ਵਿੱਚ ਇਹਨੇ ਉਹ ਗੱਲ ਲਿਖੀ। ਜਦੋਂ ਪਤਾ ਲੱਗੇ ਇਹ ਜਿਹੀਆਂ ਗੱਲਾਂ ਸਾਰੀਆਂ ਚੰਦੂ ਵਰਗਿਆਂ ਨੇ ਤੇ ਹੋਰ ਜਿਹੜੇ ਇਹਦੇ ਅਮੀਰ ਵਜ਼ੀਰ ਸਨ ਉਹਨਾਂ ਨੇ ਕੀਤੀਆਂ, ਤਾਂ ਫਿਰ ਬਾਦਸ਼ਾਹ ਨੇ ਸਾਰਾ ਕੁਝ, ਕਿਉਂਕਿ ਇਹ ਨਹੀਂ ਹੋ ਸਕਦਾ ਕਿ ਜੇ ਹੁਣ ਬਰਾਬਰ ਦਾ ਦੋਸ਼ੀ ਬਾਦਸ਼ਾਹ ਵੀ ਹੁੰਦਾ ਤਾਂ ਗੁਰੂ ਹਰਗੋਬਿੰਦ ਸਾਹਿਬ ਕਿਤੇ ਉਹਨੂੰ ਛੱਡ ਦਿੰਦੇ। ਬਾਦਸ਼ਾਹ ਜਾਣ ਕੇ ਨਹੀਂ ਉਹਨੂੰ ਛੱਡਿਆ। ਮਹਾਰਾਜ ਨੂੰ ਪਤਾ ਸੀ ਅਸਲ ਜਿਹੜਾ ਦੋਸ਼ ਦੀ ਜੜ ਹੈ ਉਹ ਚੰਦੂ ਹੈ, ਜਿਹਨੇ ਹਰ ਸਮੇਂ ਕੋਲ ਰਹਿ ਕੇ ਹੋਰਾਂ ਨੂੰ ਰਿਸ਼ਵਤਾਂ ਦੇ ਦੇ ਕੇ ਇਹ ਕੁਝ ਕਰਵਾਇਆ। ਗੁਰੂ ਸਾਹਿਬ ਦੀ ਸ਼ਹੀਦੀ ਹੋਈ ਤੇ ਮਹਾਰਾਜ ਨੂੰ ਕਿਵੇਂ ਗਵਾਲੀਅਰ ਭੇਜਿਆ, ਇਹ ਸਭ ਕੁਝ ਜਾਣਦਿਆਂ ਹੋਇਆਂ ਪਿੱਛੇ ਜੇ ਇੱਕ ਨੇ ਉਹ ਬੋਲਤਾ ਸੀ ਚੰਦੂ ਦਾ ਤਾਂ ਕੋਈ ਦੋਸ਼ ਨਹੀਂ ਸੀ, ਉਹ ਤਾਂ ਦਾ ਵਜ਼ੀਰ ਸੀ, ਜਿਵੇਂ ਬਾਦਸ਼ਾਹ ਨੇ ਕਿਵੇਂ ਕਰਤਾ। ਇਹ ਗੱਲ ਗਲਤ। ਮਹਾਰਾਜ ਨੇ ਕਦੇ ਬਦੋਸ਼ੇ ਨੂੰ ਥੋੜ੍ਹਾ ਸਜ਼ਾ ਦਿੱਤੀ ਹੈ। ਗੁਰੂ ਤਾਂ ਜਾਣਦਾ ਹੈ ਨਾ ਦੋਸ਼ੀ ਕੌਣ ਹੈ। ਸਤਿਗੁਰੂ ਜੀ ਉਹਨੂੰ ਸਜ਼ਾ ਦੇ ਰਹੇ ਤੇ ਉਹ ਦੋਸ਼ੀ ਹੈ। ਸਤਿਗੁਰੂ ਨੂੰ ਕਿਹਾ, ਮਹਾਰਾਜ ਨੇ ਬੜੇ ਫਰੇਬ ਕੀਤੇ ਆ, ਪਾਪੀ ਨੇ ਜਾਣ ਲਓ। ਜੇਕਰ ਭੇਦ ਪੀਰ ਨਹਿ ਦੇਤੇ, ਜੇਕਰ ਮਹਾਰਾਜ ਜਲਾਲ ਵਾਲਾ ਪੀਰ ਜਾਂ ਸਾਈਂ ਮੀਆਂ ਮੀਰ ਉਹ ਮੈਨੂੰ ਸਾਰਾ ਭੇਦ ਨਾ ਦੱਸ ਦੇ, ਤੋ ਹਮ ਦੁੱਖ ਦੋਜ਼ਕ ਮਹਿ ਲੇਤੇ, ਤਾਂ ਮੈਂ ਤਾਂ ਮਹਾਰਾਜ ਨਰਕਾਂ ਦੇ ਵਿੱਚ ਦੁੱਖ ਭੋਗਣੇ ਸੀ। ਅਬ ਨਿਜ ਖਤਾ ਮਾਫ ਮੋਹਿ ਕਰੀਐ, ਹੁਣ ਮਹਾਰਾਜ ਜੀ ਮੇਰੇ ਗੁਨਾਹਾਂ ਨੂੰ ਮਾਫ ਕਰ ਦਿਓ, ਮੈਨੂੰ ਜੋ ਮੈਂ ਇਹ ਗੁਨਾਹ ਕੀਤੇ ਤੁਹਾਡੇ ਨਾਲ ਉਹ ਮਾਫ ਕਰ ਦਿਓ। ਦੁਸ਼ਟ ਚੰਦੂ ਕੋ ਭਲ ਪਰ ਹਰੀਐ ਹੈ, ਤੇ ਆ ਜਿਹੜਾ ਚੰਦੂ ਦੁਸ਼ਟ ਹੈ ਇਹਨੂੰ ਭਲੀ ਪ੍ਰਕਾਰ ਪਰ ਹਰੀਐ ਤੇ ਪ੍ਰਹਾਰ ਕਰੋ, ਇਹਦਾ ਨਾਸ਼ ਕਰੋ। ਵਿਧੀਆ ਜੇਠਾ ਸੁਨ ਬਚ ਸ਼ਾਹੂ, ਭਾਈ ਵਿਧੀ ਚੰਦ ਤੇ ਭਾਈ ਜੇਠਾ ਜੀ ਨੇ ਜਦੋਂ ਬਾਦਸ਼ਾਹ ਦੇ ਬੋਲ ਸੁਣੇ, ਤਾਤ ਕਾਲ ਚੰਦੂ ਗਹਿ ਬਾਹੂ, ਇਹਨਾਂ ਨੇ ਤੁਰੰਤ ਚੰਦੂ ਦੀ ਬਾਂਹ ਫੜ ਲਈ। ਜਦੋਂ ਭਾਈ ਵਿਧੀ ਚੰਦ ਹੈ, ਭਾਈ ਜੇਠਾ ਹੈ, ਭਾਈ ਪ੍ਰਾਣਾ ਜੀ ਹੈ, ਇਹੋ ਜਿਹੇ ਗੁਰਸਿੱਖ ਮਹਾਰਾਜ ਦੇ ਨਾਲ ਸੀ। ਪੰਜ ਤਾਂ ਸਤਿਗੁਰੂ ਦੇ ਨਾਲ ਉੱਥੇ ਗਏ, ਫਿਰ ਉਹ ਵਾਪਸ ਆਏ। ਇਹਨਾਂ ਗੁਰਸਿੱਖਾਂ ਨੇ ਵਿਧੀਆ ਜੇਠਾ ਸੁਨ ਬਚ ਸ਼ਾਹੂ, ਭਾਈ ਵਿਧੀ ਚੰਦ ਭਾਈ ਜੇਠਾ ਜੀ ਨੇ ਜਦੋਂ ਬਾਦਸ਼ਾਹ ਦੀ ਇਹ ਗੱਲ ਸੁਣੀ ਹੈ, ਤਾਤ ਕਾਲ ਚੰਦੂ ਗਹਿ ਬਾਹੂ, ਤੁਰੰਤ ਹੀ ਚੰਦੂ ਦੀ ਬਾਂਹ ਫੜ ਲਈ। ਵਹਿਰ ਨਿਕਾਲ ਨਾਕ ਨਾਕੇਲ, ਪਾਸੇ ਕੱਢ ਲਿਆ ਨੂੰ ਬਾਹਰ, ਤੇ ਚੰਦੂ ਦੇ ਨੱਕ ਵਿੱਚ ਨਕੇਲ ਪਾਈ, ਜਿਵੇਂ ਨੱਥ ਪਾ ਦਿੰਦੇ ਆ ਨਾ, ਤੇ ਨੱਥ ਪਾ ਕੇ ਪਸ਼ੂ ਨੂੰ ਜਿੱਧਰ ਨੂੰ ਮਰਜੀ ਖਿੱਚੋ ਫਿਰ ਭੱਜਿਆ ਜਾਊ। ਨਕੇਲ ਪਾ ਲਈ ਹੈ। ਪਾਏ ਬੰਦਿਓ ਸਵਾਨਨ ਮੇਲ, ਤੇ ਫਿਰ ਇਹਨੂੰ ਨੱਕ 'ਚ ਨਕੇਲ ਪਾ ਕੇ ਸਵਾਨਨ ਮੇਲ, ਕੁਝ ਕੁੱਤੇ ਇਕੱਠੇ ਕਰਕੇ ਬੰਨੇ ਤੇ ਉਹਨਾਂ ਦੇ ਵਿੱਚ ਜਿੱਥੇ ਉਹ ਬੰਨੇ ਸੀ ਵਿੱਚ ਚੰਦੂ ਨੂੰ ਬੰਨ ਦਿੱਤਾ ਹੈ। ਹਜ਼ਰਤ ਖਤਾ ਅਪਨ ਬਖਸ਼ਾਈ, ਜਿਹੜਾ ਹਜ਼ਰਤ ਬਾਦਸ਼ਾਹ ਹੈ ਆਪਣੇ ਗੁਨਾਹਾਂ ਨੂੰ ਬਖਸ਼ਾਉਂਦਾ ਹੈ। ਗੁਰ ਪਗ ਬੰਦੇ ਹਰਖ ਵਢਾਈ, ਗੁਰੂ ਸਾਹਿਬ ਦੇ ਚਰਨਾਂ ਤੇ ਬੰਦਨਾ ਕੀਤੀ ਤੇ ਖੁਸ਼ੀ ਵਧਾ ਕਰ ਲਈ। ਬਿਦਾ ਨਿਜ ਗ੍ਰਹਿ ਕੋ ਚਾਲਾ, ਇਹਨੇ ਵਿਦਾਇਗੀ ਲਈ ਬਾਦਸ਼ਾਹ ਤੇ ਆਪਣੇ ਘਰ ਨੂੰ ਚੱਲ ਪਿਆ। ਸਿੱਖਨ ਕੇ ਮਨ ਅਦਕ ਖੁਸ਼ਾਲਾ, ਹੁਣ ਸਿੱਖਾਂ ਦੇ ਮਨ ਵਿੱਚ ਬਹੁਤ ਖੁਸ਼ੀ ਹੈ, ਚੰਦੂ ਆ ਗਿਆ ਹੱਥ ਵਿੱਚ। ਦਿਵਸ ਅਥਿਓ ਰਹਿਰਾਸ ਪਠਾਈ, ਦਿਨ ਆਥਣ ਹੋ ਗਿਆ, ਰਹਿਰਾਸ ਸਾਹਿਬ ਦਾ ਪਾਠ ਹੋਇਆ ਹੈ। ਸਭ ਸੰਗਤ ਨਿਜ ਨਿਜ ਗ੍ਰਹਿ ਜਾਈ, ਸਾਰੀਆਂ ਸੰਗਤਾਂ ਆਪੋ ਆਪਣੇ ਘਰਾਂ ਨੂੰ ਜਾਂਦੀਆਂ ਹਨ। ਨਿਸਾ ਭਈ ਸੁਖ ਸੋ ਸਭ ਸੋਈ,
ਰਾਤ ਭਈ ਹੋਈ ਐ ਸਾਰੇ ਸੁੱਖਾਂ ਸਹਿਤ ਸੁੱਤੇ ਹਨ। ਉੱਠੇ ਪ੍ਰਾਤ ਮਜ ਧਿਆਨ ਸਮੋਏ, ਸਵੇਰੇ ਉੱਠੇ ਮਜ ਇਸ਼ਨਾਨ ਕੀਤਾ ਤੇ ਧਿਆਨ ਵਿੱਚ ਜੁੜ ਗਏ ਹਨ। ਇਤ ਸ੍ਰੀ ਗੁਰਪੁਰ ਪ੍ਰਕਾਸ਼ ਗ੍ਰੰਥੇ ਖਸ਼ਟਮ ਮਹੱਲੇ। ਇੱਥੇ ਤੱਕ ਭਾਈ ਸ੍ਰੀ ਗੁਰਪੁਰ ਪ੍ਰਕਾਸ਼ ਦਾ ਜੋ 6ਵੇਂ ਮਹੱਲੇ ਦੀ ਕਥਾ ਹੈ। ਸ੍ਰੀ ਗੁਰੂ ਜੀ ਗਵਾਲੇਰ ਤੇ ਦਿੱਲੀ ਆਵਨ ਔਰ ਚੰਦੂ ਗਹਿਨ ਪ੍ਰਸੰਗ ਵਰਣਨ। ਕਿਵੇਂ ਗਵਾਲੀਅਰ ਤੋਂ ਮਹਾਰਾਜ ਦਿੱਲੀ ਪਹੁੰਚੇ, ਕਿਵੇਂ ਚੰਦੂ ਨੂੰ ਫੜਿਆ, ਉਹ ਪ੍ਰਸੰਗ ਜਿਹੜਾ ਹੈ ਇਹ ਵਰਣਨ ਕੀਤਾ। ਨਾਮ ਅਸ਼ਟਮ ਮੰਦਰ ਹੈ, 8ਵੇਂ ਘਰ ਦਾ ਇਹ ਪ੍ਰਸੰਗ ਹੈ। ਦੋਹਰਾ ਸ੍ਰੀ ਗੁਰ ਹਰਿ ਗੋਬਿੰਦ ਜੀ ਜਸ ਵਿਸਾਲ ਕੋ ਪਾਏ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜਿਨ੍ਹਾਂ ਨੇ ਭਾਈ ਬਹੁਤ ਵੱਡਾ ਜਸ ਪਾਇਆ ਹੈ। ਉਮਰ ਕੈਦ ਤੇ ਨ੍ਰਿਪ ਮੁਚੇ, ਗਹਿਓ ਦੁਸ਼ਟ ਦੁਖਦਾਈ। ਕਿਵੇਂ ਉਮਰ ਕੈਦ ਵਿੱਚ ਜਿਹੜੇ ਰਾਜੇ ਸੀ, ਮੁਚੇ ਦਾ ਤਾਂ ਛਡਾਉਣਾ, ਉਹਨਾਂ ਨੂੰ ਛਡਾਇਆ ਤੇ ਜਿਹੜਾ ਦੁਸ਼ਟ ਦੁਖਦਾਈ ਚੰਦੂ ਹੈ ਉਹਨੂੰ ਫੜਿਆ ਹੈ। ਚੌਪਈ ਦਿੱਲੀ ਕੀ ਸੰਗਤ ਸਭ ਆਈ, ਸਭ ਦਿੱਲੀ ਦੀਆਂ ਸੰਗਤਾਂ ਪਹੁੰਚੀਆਂ ਹਨ। ਗੁਰ ਪਗ ਬੰਦੇ ਸੀਸ ਨਿਵਾਈ, ਗੁਰੂ ਸਾਹਿਬ ਦੇ ਚਰਨਾਂ ਤੇ ਬੰਦਨਾ ਕਰਦੇ ਸਿਰ ਨਿਵਾਉਂਦੇ ਹਨ। ਮੁਖ ਸਿੱਖ ਸਤਿਗੁਰ ਕੇ ਸੰਗ ਭਾਖੀ, ਜਿਹੜੇ ਗੁਰੂ ਸਾਹਿਬ ਦੇ ਕੋਲ ਮੁਖੀ ਸਿੱਖ ਸਤਿਗੁਰੂ ਨੂੰ ਕਹਿੰਦੇ ਹਨ। ਆਜ ਭਈ ਪੂਰਨ ਅਬਲਾਖੇ, ਮਹਾਰਾਜ ਅੱਜ ਸਾਡੀ ਜਿਹੜੀ ਅਭਿਲਾਸ਼ਾ ਪੂਰਨ ਹੋਈ ਹੈ। ਨਾਹੇ ਤਾਂ ਜਬ ਕੀ ਤਜੀ ਸੰਗਾਈ, ਨਾਹੇ ਤਾਂ ਜਬ ਕੀ ਤਜੀ ਸਗਾਈ। ਨਾਹੇ ਤਾਂ ਮਹਾਰਾਜ ਜਦੋਂ, ਨਹੀਂ ਤਾਂ ਜਦੋਂ ਦੀ ਇਹਦੀ ਲੜਕੀ ਦੀ ਸਗਾਈ ਜਿਹੜੀ ਹੈ ਉਹਨੂੰ ਠੁਕਰਾਇਆ ਹੈ। ਕਰਤ ਰਹਿਓ ਬੜ ਦੁਸ਼ਟ ਖੁਟਾਈ, ਇਹ ਵੱਡਾ ਦੁਸ਼ਟ ਬੜੀਆਂ ਖੋਟਾਂ ਕਰਦਾ ਰਿਹਾ ਉਦੋਂ ਦਾ। ਹੀਰ ਹੀਰ ਹਿਰਦੇ ਪਛਤਾਵੇ, ਵੇਖ ਵੇਖ ਕੇ ਸਾਡਾ ਤੇ ਮਨ ਪਛਤਾਉਂਦਾ। ਹਮ ਤੇ ਭਈ ਉਪਾਦ ਲਿਖਾਵੇ, ਇਹ ਸਾਡੇ ਕੋਲੋਂ ਮਹਾਰਾਜ ਜੀ ਬਹੁਤ ਵੱਡੀ ਉਪਾਧੀ ਹੋਈ ਹੈ। ਇਹ ਜਾਣਦੇ ਹਨ ਵੀ ਅਸੀਂ, ਸਾਡੇ ਵੱਲੋਂ ਵੀ ਉਪਾਦ ਹੋਈ, ਭਾਵ ਕਿ ਸਾਡੇ ਕੋਲੋਂ ਵੀ ਭੁੱਲ ਹੋਈ। ਸ੍ਰੀ ਗੁਰ ਹਰਿ ਗੋਬਿੰਦ ਜੀ ਕਹਿਓ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਕਹਿਣ ਲੱਗੇ, ਸ੍ਰੀ ਪਿਤ ਕਰਿਓ ਜਥਾ ਚਿਤ ਚਾਹਿਓ। ਮਹਾਰਾਜ ਕਹਿੰਦੇ ਭਾਈ ਆਪਣੇ ਸ੍ਰੀ ਸੁਭਾਏਮਾਨ ਪਿਤਾ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਨੇ ਜਿਵੇਂ ਉਹਨਾਂ ਦੇ ਚਿੱਤ ਨੂੰ ਚਾਹਿਆ ਉਹਨਾਂ ਨੇ ਉਸੇ ਤਰ੍ਹਾਂ ਕੀਤਾ ਹੈ। ਇਸ ਪਾਪੀ ਨੇ ਪਾਪ ਕਮਾਇਓ, ਪਰ ਇਹ ਜਿਹੜਾ ਚੰਦੂ ਪਾਪੀ ਹੈ ਇਹਨੇ ਬਹੁਤ ਵੱਡਾ ਪਾਪ ਕੀਤਾ ਹੈ। ਤਿਸ ਫਲ ਅਬ ਭੋਗੈ ਦੁਖਦਾਇਓ, ਇਹ ਹੁਣ ਦੁਖਦਾਈ ਫਲ ਉਸ ਕਰਮ ਦਾ ਭੋਗੇਗਾ। ਪਾਂਚ ਪਾਂਚ ਪਨ ਹੀ ਸਮਾਰੋ, ਮਹਾਰਾਜ ਕਹਿੰਦੇ ਜਿੰਨੇ ਵੀ ਆਉਂਦੇ ਨੇ ਨਾ, 5-5 ਸਿੱਖੋ ਜੁੱਤੀਆਂ ਮਾਰੋ ਇਸ ਚੰਦੂ ਦੇ। ਦੇਖ ਦੁਸ਼ਟ ਪੁਨ ਸਦਨ ਸਿਧਾਰੋ, ਇਸ ਤਰ੍ਹਾਂ ਦੁਸ਼ਟ ਦੇ ਮਾਰ ਮਾਰ ਕੇ ਜੁੱਤੀਆਂ ਦੇ ਪੈਂਦੀਆਂ ਦੇਖ ਫੇਰ ਆਪਣੇ ਘਰਾਂ ਨੂੰ ਜਾਣਾ। ਸੰਗਤ ਨੂੰ ਇਹ ਕਹਿਤਾ, ਕਿਉਂਕਿ ਇਹ ਸਜ਼ਾ ਵੀ ਇਸ ਤਰ੍ਹਾਂ ਹੀ ਦੇਣੀ ਹੈ ਇਹਨੂੰ। ਹੁਣ ਦੇ ਸਮੇਂ ਇਹ ਹੈਗਾ, ਇਹ ਜਦੋਂ ਗੁਰੂ ਘਰ ਦੇ ਵਿੱਚ ਦੋਖੀ ਨੂੰ ਸਜ਼ਾ ਕੋਈ ਜ਼ਰੂਰੀ ਨਹੀਂ ਹੈ ਇੱਕਦਮ। ਹੁਣ ਇੱਥੇ ਜਿਹੜੇ ਕੋਈ ਹੁਣ ਹੋਣਗੇ ਨਰਮ ਨਹੀਂ, ਠੀਕ ਹੈ ਇੱਕਦਮ ਇੱਕ ਵਾਰੀ ਮਾਰ ਦਿੰਦੇ ਆਈ। ਮਹਾਰਾਜ ਨੇ ਕੁੱਤਿਆਂ 'ਚ ਬੰਨਿਆ ਉਹਨੂੰ, ਜਿਹੜੇ ਕੌਲਿਆਂ ਦੇ ਵਿੱਚ ਕੁੱਤਿਆਂ ਨੂੰ ਖਾਣਾ ਪੈਂਦਾ ਸੀ ਉਸੇ ਚੰਦੂ ਨੱਕ 'ਚ ਨਕੇਲ ਹੈ, ਉੱਤੇ ਉਹਨੂੰ ਮੂੰਹ ਨਹੀਂ ਸੀ ਕਰ ਸਕਦਾ। ਜਿਵੇਂ ਕੁੱਤੇ ਦੇ ਬੰਨ ਦਿੰਦੇ ਆ, ਕਿੱਲੇ ਨਾਲ ਬੰਨਿਆ, ਕੂਣੀਆਂ ਗੋਡਣੀ ਐਂ ਲਾਈਆਂ ਹੋਈਆਂ ਸੀਰੀਆਂ, ਤੇ ਫਿਰ ਬਰਤਨ 'ਚ ਮੂੰਹ ਪਾ ਪਾ ਕੇ ਕੁੱਤਿਆਂ ਨੂੰ ਖਵਾਇਆ, ਇਹਨੂੰ ਖਾ। ਕਿਉਂਕਿ ਇਹਨੇ ਬਾਰ-ਬਾਰ ਕਿਹਾ ਸੀ ਨਾ, ਤੁਸੀਂ ਮੈਨੂੰ ਕੁੱਤਾ ਕਿਹਾ, ਹੁਣ ਮੈਂ ਕੁੱਤਾ ਬਣ ਕੇ ਤੁਹਾਡੇ ਮਗਰ ਪੈ ਜਾਵਾਂਗਾ। 5ਵੇਂ ਪਾਤਸ਼ਾਹ ਨੂੰ ਮਹਾਰਾਜ ਕਹਿੰਦੇ ਤੇਰੀ ਭਾਵਨਾ ਪੂਰੀ ਹੋਊਗੀ। ਤੇ ਸਤਿਗੁਰੂ ਜੀ ਨੇ ਕੁੱਤਿਆਂ 'ਚ ਹੀ ਬੰਨਤਾ, ਬਣ ਕੁੱਤਾ। ਤੇ ਫਿਰ ਇਹ ਹੁਕਮ ਕੀਤਾ, ਐ ਨਹੀਂ ਮਾਰਨਾ ਇਹਨੂੰ, ਜੋ ਵੀ ਆਉਂਦਾ ਉਹ 5 ਜੁੱਤੀਆਂ ਦੇ ਸਿਰ 'ਚ ਮਾਰ ਕੇ ਫੇਰ ਆਪਣੇ ਘਰਾਂ ਨੂੰ ਜਾਵੇ।
ਸਤਿਗੁਰੂ ਦਾ ਇਹ ਹੁਕਮ ਸਾਰੇ ਸਿੱਖਾਂ ਮੰਨਿਆ ਹੈ। ਦੇਖ ਦੁਸ਼ਟ ਪੁਨ ਸਦਨ ਸੁਧਾਰੋ। ਇਸ ਤਰ੍ਹਾਂ ਜੁੱਤੀਆਂ ਪੈਂਦੀਆਂ ਮਾਰ ਦੇਖ ਕੇ ਫੇਰ ਆਪਣੇ ਘਰ ਨੂੰ ਜਾਣਾ। ਸੁਣ ਗੁਰ ਹੁਕਮ ਗਏ ਸਿੱਖ ਸਾਰੇ। ਸੁਣ ਕਰਕੇ ਇਉਂ ਮਹਾਰਾਜ ਕਹਿੰਦੇ ਵੀ ਜਦੋਂ ਇਹਦੇ ਜੁੱਤੀਆਂ ਮਾਰ, ਸੁਣ ਗੁਰ ਹੁਕਮ, ਗੁਰੂ ਕਾ ਹੁਕਮ ਸੁਣ ਕੇ ਸਾਰੇ ਸਿੱਖ ਗਏ। ਚੰਦੂ ਬੰਧਨ ਸਹਿਤ ਨਿਹਾਰੀ। ਚੰਦੂ ਜਿਹੜਾ ਹੈ ਇਉਂ ਬੰਧਨ ਸਹਿਤ ਭਾਵ ਉਵੇਂ ਕਿੱਲੀ ਨਾਲ ਬੰਨਿਆ ਹੋਇਆ ਕੁੱਤਿਆਂ ਵਾਂਗੂ ਵੇਖਿਆ ਹੈ। ਪਨਹੀ ਹਨ ਹੈ ਸੋ ਬਾਰੋ ਬਾਰੀ। ਤੇ ਬਾਰੋ ਬਾਰੀ ਲੈਣ ਲੱਗੀ। ਜੁੱਤੀ ਫੜਿਆ ਕਰਨ 5 ਮਾਰਿਆ ਕਰਨ ਅੱਗੇ, ਦੂਜਾ ਜੁੱਤੀ ਫੜੇ 5 ਮਾਰੇ ਚੰਦੂ ਦੇ ਉਹ ਅੱਗੇ। ਬਾਰੀ ਵਾਰੀ ਜੁੱਤੀਆਂ ਦੇ ਮਾਰਦੇ ਹਨ। ਪੁਰ ਕੇ ਨਰ ਤਹਿ ਮਿਲੇ ਹਜ਼ਾਰੀ। ਨਗਰ ਦੇ ਹਜ਼ਾਰਾਂ ਲੋਕ ਇਕੱਠੇ ਹੋ ਗਏ ਉੱਥੇ। ਵਿਧੀ ਚੰਦ ਪੁਨ ਜੇਠਾ ਦੋਏ। ਭਾਈ ਵਿਧੀ ਚੰਦ ਤੇ ਫਿਰ ਜੋ ਭਾਈ ਜੇਠਾ ਜੀ ਦੋਵੇਂ। ਲਵਪੁਰ ਵੱਡ ਗੁਰ ਸੰਗ ਜੇ ਹੋਏ। ਇਹ ਲਾਹੌਰ ਦੇ ਵਿੱਚ ਵੀ ਉਸ ਸਮੇਂ ਵੱਡੇ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਨਾਲ ਸਨ। ਦੇਖਤ ਥੇ ਗੁਰ ਕਸ਼ਟ ਸੁਭਾਰੀ। ਇਹ ਸਭ ਵੇਖ ਰਹੇ ਸੀ ਕਿਵੇਂ ਵੱਡੇ ਵੱਡੇ ਨੇ ਕਸ਼ਟ ਮਹਾਰਾਜ ਨੂੰ ਦਿੱਤੇ। ਪਰ ਬਸ ਥੇ ਕਛ ਚੱਲੇ ਨਹਾਰੀ। ਪਰ ਉਦੋਂ ਪਰਾਏ ਬਸ ਸੀ, ਇਸ ਕਰਕੇ ਕੋਈ ਇਹਨਾਂ ਦਾ ਚਾਰਾ ਨਹੀਂ ਸੀ ਚੱਲਦਾ। ਸ਼ਸਤਰ ਧਾਰੀ ਗੁਰ ਅਬ ਹੋਏ। ਹੁਣ 6ਵੇਂ ਪਾਤਸ਼ਾਹ ਗੁਰੂ ਸਾਹਿਬ ਸ਼ਸਤਰ ਧਾਰੀ ਹੋ ਗਏ। ਪੂਰੀ ਇੱਛਾ ਮਿਲ ਕਰ ਦੋਏ। ਹੁਣ ਕਹਿੰਦੇ ਦੋਵੇਂ ਕਹਿੰਦੇ ਇਕੱਠੇ ਹੋ ਕੇ ਵੀ ਹੁਣ ਇੱਛਾ ਪੂਰੀ ਹੋਊਗੀ। ਹੁਣ ਜਿਹੜਾ ਹੈ ਇਹਨਾਂ ਨੂੰ ਸਜ਼ਾਵਾਂ ਦੇਵਾਂਗੇ ਦੁਸ਼ਟਾਂ ਨੂੰ। ਬਹੁ ਸਿਪਾਹੀ ਨਿਜ ਸੰਗ ਚੜਾਏ। ਫਿਰ ਭਾਈ ਵਿਧੀ ਚੰਦ ਭਾਈ ਜੇਠੇ ਨੇ ਬੜੇ ਸਿਪਾਹੀ ਗੁਰਸਿੱਖਾਂ ਨੂੰ ਨਾਲ ਲਿਆ ਹੈ, ਚੜਾਇਆ, ਸਵਾਰ ਹੋਏ। ਗਹਿ ਚੰਦੂ ਕੀ ਮੁਸ਼ਕ ਚੜਾਈ। ਚੰਦੂ ਨੂੰ ਫੜ ਲਿਆ ਤੇ ਇਹਦੀਆਂ ਮੁਸ਼ਕਾਂ ਚੜਾਤੀਆਂ, ਹੱਥ ਇਹਦੇ ਪਿੱਛੇ ਬੰਨ੍ਹ ਦਿੱਤੇ, ਨੱਕ ਵਿੱਚ ਇਹਦੇ ਨਕੇਲ ਪਾਈ ਹੋਈ ਹੈ। ਆਗੇ ਕਰਿਓ ਚੱਲੇ ਪੁਰ ਮਾਹੀ। ਤੇ ਮੂਹਰੇ ਲਾ ਲਿਆ। ਦਿੱਲੀ ਸ਼ਹਿਰ ਵਿੱਚ ਸਾਰੇ ਚੱਲੇ ਹਨ। ਮਾਨੋ ਆਖਰ ਸੈਰ ਕਰਾਹੀ। ਮਾਨੋ ਇਹਦੀ ਆਖਰੀ ਸੈਰ ਕਰਾ ਰਹੇ ਨੇ ਕਿ ਸੈਰ ਕਰ ਲਾ ਚੰਦੂ ਇੱਥੇ। ਜਬ ਸੰਗਤ ਮਹਿ ਸੋਧਿਆ ਸਿਪਾਹੀ। ਜਦੋਂ ਸੰਗਤਾਂ ਨੂੰ ਇਸ ਗੱਲ ਦੀ ਖਬਰ ਹੋਈ, ਭਾਈ ਵਿਧੀ ਚੰਦ ਭਾਈ ਜੇਠਾ ਪ੍ਰਾਣਾ ਹੋਣੀ ਹੋਰ ਗੁਰਸਿੱਖ ਚੰਦੂ ਨੂੰ ਨੱਕ 'ਚ ਨਕੇਲ ਪਾ ਕੇ ਨਗਰ ਵਿੱਚ ਸ਼ਹਿਰ ਵਿੱਚ ਫਿਰਾ ਰਹੇ ਨੇ। ਜਦੋਂ ਇਹ ਸਾਰੀ ਖਬਰ ਪਾਈ ਹੈ, ਬ੍ਰਿਧ ਬਾਰ ਆਏ ਤਰਨਾਈ। ਜਿੰਨੇ ਬਜ਼ੁਰਗ ਸੀ, ਬਾਲਕ ਸੀ, ਜਵਾਨ ਸਨ, ਸਾਰੇ ਆ ਗਏ। ਸਿਰ ਚੰਦੂ ਕੇ ਜੂਤ ਹਨੰਤੇ। ਚੰਦੂ ਦੇ ਸਿਰ ਵਿੱਚ ਜੁੱਤੀਆਂ ਮਾਰਦੇ ਹਨ। ਮਾਨੋ ਬਰਖਾ ਫੂਲ ਕਰੰਤੇ। ਇਉਂ ਜੁੱਤੀਆਂ ਪੈਂਦੀਆਂ ਮਾਨੋ ਜਿਵੇਂ ਕੋਈ ਫੁੱਲਾਂ ਦੀ ਵਰਖਾ ਹੀ ਕਰ ਰਿਹਾ। ਸਨੇ ਸਨੇ ਇਮ ਚੱਲੇ ਬਜ਼ਾਰੂ। ਹੌਲੀ ਹੌਲੀ ਇਸ ਤਰ੍ਹਾਂ ਬਾਜ਼ਾਰ ਵਿੱਚ ਤੁਰੇ ਜਾਂਦੇ ਹਨ। ਪੁਰਬਾਸੀ ਪਿਖ ਸੈਰ ਹਜ਼ਾਰੂ। ਉਹ ਨਗਰ ਦੇ ਲੋਕ ਵੇਖਦੇ ਹਨ, ਹਜ਼ਾਰਾਂ ਲੋਕ ਨਾਲ ਨੇ। ਕਪਟੀ ਮੂੜ ਦੀਵਾਨ ਵਿਸਾਲਾ। ਇਹ ਜਿਹੜਾ ਕਪਟੀ ਵੱਡਾ ਮੂਰਖ ਚੰਦੂ ਦੀਵਾਨ ਹੈ। ਤਰੈ ਮਾਰ ਨਹਿ ਰਹਿ ਸੰਭਾਰਾ। ਜੁੱਤੀਆਂ ਦੀ ਮਾਰ ਪੈਂਦੀ, ਹੁਣ ਇਹ ਤੋਂ ਸੰਭਲ ਨਹੀਂ ਹੋ ਰਿਹਾ। ਪੁਰ ਕੀ ਨਾਰ ਅਰੂਢੀ ਉੱਚੇ। ਨਗਰ ਦੀਆਂ ਮਾਈਆਂ ਉੱਚੇ ਘਰਾਂ ਦੇ ਛੱਤਾਂ ਤੇ ਚੜ ਕੇ ਕੌਤਕ ਹੋਵਤ ਜਹਾਂ ਪਹੁੰਚੇ। ਜਿੱਥੇ ਵੀ ਪਹੁੰਚਦੇ ਨੇ ਉਹ ਵੇਖਦੀਆਂ ਇਹ ਕੌਤਕ ਹੋ ਰਿਹਾ। ਕਰਤ ਬਿਲੋਕਨ ਨਰ ਅਰ ਨਾਰੀ। ਮਾਈ ਭਾਈ ਸਭ ਉੱਚੇ ਚੜ ਚੜ ਵੇਖਦੇ ਹਨ। ਕੋ ਮਾਰੇ ਕੋ ਦੇਵਤ ਗਾਰੀ। ਕੋਈ ਜੁੱਤੀਆਂ ਮਾਰਦਾ, ਕੋਈ ਗਾਲਾਂ ਦਿੰਦਾ ਹੈ। ਕੋ ਮੁਖ ਉੱਪਰ ਜੂਤ ਬਜਾਵੇ। ਕਈ ਤਾਂ ਇਹਦੇ ਮੂੰਹ ਤੇ ਮਾਰਦੇ ਨੇ ਜੁੱਤੀਆਂ। ਕੋ ਭਰ ਮੁਸ਼ਟ ਖਾਕ ਕੀ ਪਾਵੇ। ਕੋਈ ਮੁੱਠੀ ਬੁੱਕ ਭਰ ਕੇ ਖਾਕ ਮਿੱਟੀ ਦਾ ਸਵਾਦ ਇਹਦੇ ਸਿਰ 'ਚ ਪਾਉਂਦੇ ਐ।
ਭਇਓ ਧੂਲ ਪਰਖਿਓ ਨਹਿ ਜਾਈ। ਮੂੰਹ ਸਿਰ ਇੱਕ ਹੋਇਆ ਚੰਦੂ ਦਾ, ਧੂਲ ਨਾਲ ਲਿਬੜਿਆ ਹੋਇਆ ਦੀ ਪਰਖ ਨਹੀਂ ਹੁੰਦੀ, ਪਛਾਣ ਨਹੀਂ ਆਉਂਦੀ ਹੈ। ਬਾਰਕ ਆਵੇ ਗਾਰ ਸੁਣਾਈ। ਬੱਚੇ ਵੀ ਆਉਂਦੇ ਉਹ ਵੀ ਗਾਲਾਂ ਕੱਢਦੇ ਹੋ, ਪਾਪੀਆ ਦੁਸਤਾ ਐਡਾ ਪਾਪ ਕੀਤਾ। ਇਹ ਭਰੂਆ ਗੁਰ ਦਰੋਹੀ ਮਹਾ। ਕਹਿੰਦੇ ਜਿਹੜਾ ਭੜੂਆ ਹੈ ਗੁਰੂ ਘਰ ਦਾ ਵੱਡਾ ਦਰੋਹੀ ਹੈ, ਦੋਸ਼ੀ ਹੈ। ਜਾਏ ਪਰਿਵਾਰਤ ਬਹੁ ਜਹ ਕਹਾਂ। ਇਉਂ ਕਹਿੰਦੇ ਜਾਏ ਪਰਿਵਾਰਤ, ਪਰਿਵਾਰ ਸਮੇਤ ਜਿੱਥੇ ਵੀ ਕਿਤੇ ਜਾਂਦਾ ਹੈ। ਇਹ ਜਾਏ ਪਰਿਵਾਰਤ ਜਾਂ ਜਿੱਥੇ ਵੀ ਜਾਂਦਾ ਫਿਰ ਇਹਦੇ ਤੇ ਪਰਿਵਾਰਤ ਜੁੱਤੀਆਂ ਪੈਂਦੀਆਂ ਨੇ ਜਿੱਥੇ ਵੀ ਇਹ ਜਾਂਦਾ ਹੈ। ਇਸ ਪ੍ਰਕਾਰ ਬਹੁ ਸੈਰ ਬਾਜ਼ਾਰ। ਇਸ ਤਰ੍ਹਾਂ ਬਾਜ਼ਾਰ ਦੇ ਵਿੱਚ ਸੈਰ ਕਰਾਈ, ਕਰਵਾਈ ਸਿਰ ਜੂਤਨ ਮਾਰ। ਸਿਰ 'ਚ ਜੁੱਤੀਆਂ ਮਾਰ ਮਾਰ ਕੇ ਦੀ ਸੈਰ ਕਰਵਾਈ। ਲੈ ਆਏ ਪੁਨ ਡੇਰੇ ਮਾਹੀ। ਫੇਰ ਇਹਨੂੰ ਡੇਰੇ ਵਿੱਚ ਲੈ ਆਂਦਾ ਹੈ। ਕੁੱਤੇ ਸਵੱਛ ਪਚ ਜਹ ਸਵਾਨ ਬੰਧਾਹੀ। ਜਿੱਥੇ ਫਿਰ ਕੁੱਤੇ ਬੰਨੇ ਹੋਏ ਸਨ ਉੱਥੇ ਲਿਆ ਕੇ ਬੰਨ ਦਿੱਤਾ। ਵਿਧੀ ਚੰਦ ਕਹਿਤਹਿ ਬੰਧਵਾਯੂ। ਜਿੱਥੇ ਇਕੱਠੇ ਕਰਕੇ ਕੁੱਤੇ ਬੰਨੇ ਭਾਈ ਵਿਧੀ ਚੰਦ ਨੇ ਕਹਿ ਕੇ ਉੱਥੇ ਬਣਾਇਆ ਹੈ। ਖਾਣਾ ਸਵਾਨਨ ਸੰਗ ਖਵਾਇਓ। ਕੁੱਤਿਆਂ ਦੇ ਨਾਲ ਹੀ, ਜਿਵੇਂ ਕੁੱਤਿਆਂ ਨੂੰ ਸੁੱਟ ਦੇਈਦਾ ਖਾਣਾ, ਇਉਂ ਇਹਨੂੰ ਖਾਣਾ ਖਵਾਇਆ ਕੁੱਤਿਆਂ ਵਿੱਚ। ਤੀਸਰ ਪਹਿਰ ਭਇਓ ਜਾਵੇ ਆਈ। ਜਦੋਂ ਫਿਰ ਤੀਜਾ ਪਹਿਰ ਹੋਇਆ ਹੈ, ਬੈਠੇ ਗੁਰੂ ਦੀਵਾਨ ਸੁਹਾਈ। ਗੁਰੂ ਸਾਹਿਬ ਜੀ ਦੀਵਾਨ ਵਿੱਚ ਬੈਠੇ ਸੋਭਦੇ ਹਨ। ਜਹਾਂਗੀਰ ਹੋਏ ਆਨੰਦ ਬਿਲੰਦ। ਜਹਾਂਗੀਰ ਬਹੁਤ ਖੁਸ਼ੀ ਵਿੱਚ ਹੋਇਆ। ਆਇਓ ਗੁਰ ਢਿਗ ਯੁਤ ਨਰ ਬ੍ਰਿੰਦ। ਗੁਰੂ ਸਾਹਿਬ ਦੇ ਕੋਲੇ ਬਹੁਤ ਪ੍ਰਾਣੀਆਂ ਸਮੇਤ ਉਹ ਪਹੁੰਚਿਆ ਹੈ। ਨੰਦਨ ਬਨਤਾ ਚੰਦੂ ਜੋਏ। ਜੋ ਭਾਈ ਚੰਦੂ ਦੇ ਪੁੱਤ ਬਨਤਾ ਇਹਦੀ ਇਸਤਰੀ ਹੈ। ਆਨੇ ਸੰਗ ਪਕੜ ਕਰ ਸੋਏ। ਉਹਨਾਂ ਸਾਰਿਆਂ ਨੂੰ ਫੜ ਕੇ ਲੈ ਆਂਦਾ ਹੈ। ਬੈਠਿਓ ਸ਼ਾਹੋ ਬੰਦਨਾ ਕਰਕੇ। ਤੇ ਬਾਦਸ਼ਾਹ ਬੰਦਨਾ ਕਰਕੇ ਮਹਾਰਾਜ ਦੇ ਕੋਲ ਬੈਠ ਗਿਆ। ਬੋਲਿਓ ਮੁਖ ਤੇ ਸ਼ਰਧਾ ਧਰ ਕੇ। ਮੁਖੋਂ ਸ਼ਰਧਾ ਧਾਰ ਕੇ ਕਹਿਣ ਲੱਗਿਆ, ਕਰੀ ਅਵਗਿਆ ਦੁਸ਼ਟ ਮਹਾਨੀ। ਮਹਾਰਾਜ ਇਹ ਦੁਸ਼ਟ ਨੇ ਬਹੁਤ ਵੱਡੀ ਅਵਗਿਆ ਕੀਤੀ ਹੈ। ਤਿਸ ਕੀ ਇਹੋ ਬਨਤਾ ਗਹਿ ਆਨੀ। ਇਹਦੀ ਇਸਤਰੀ ਹੈ ਮਹਾਰਾਜਾ ਜਿਹੜੀ ਮੈਂ ਫੜ ਕੇ ਲਿਆਇਆ ਤੁਹਾਡੇ ਕੋਲ। ਪੁੱਤਰ ਹੁਤੋ ਇੱਕ ਸੋ ਇਹੋ ਆਵਾ। ਆ ਇਹਦਾ ਪੁੱਤਰ ਹੈ ਇੱਕ ਜਿਹੜਾ ਮਹਾਰਾਜ ਉਹਨੂੰ ਵੀ ਫੜ ਲਿਆਂਦਾ ਹੈ। ਦੇਹੋ ਸਜਾਏ ਜੈਸੇ ਮਨ ਭਾਵਾ। ਜਿਸ ਤਰ੍ਹਾਂ ਵੀ ਤੁਹਾਡੇ ਮਨ ਨੂੰ ਭਾਉਂਦਾ ਮਹਾਰਾਜ ਇਹਨਾਂ ਨੂੰ ਸਜ਼ਾ ਦੇਵੋ। ਮਮ ਸਿਰ ਦੋਸ਼ ਰਹਿ ਨਹਿ ਕੋਈ। ਮਹਾਰਾਜ ਮੇਰੇ ਸਿਰ ਕੋਈ ਦੋਸ਼ ਨਾ ਰਹੇ। ਕਸ਼ਟ ਸਹਿ ਅਪਰਾਧੀ ਜੋਈ। ਜੋ ਵੀ ਕੋਈ ਅਪਰਾਧੀ ਹੈ ਮਹਾਰਾਜ ਉਹਨੂੰ ਦੁੱਖ ਮਿਲਣਾ ਚਾਹੀਦਾ ਹੈ। ਇੱਕ ਤਨਜਾ ਭੀ ਇਸਕੇ ਆਹੀ। ਇਉਂ ਇੱਕ ਤਨਜਾ, ਇੱਕ ਇਹਦੀ ਜਿਹੜੀ ਤਨਜਾ ਹੈ ਭਾਵ ਇਹਦੀ ਲੜਕੀ ਹੈ ਪੁੱਤਰੀ ਮਹਾਰਾਜ ਜੀ, ਉਹ ਵੀ ਜੋ ਇਸ ਦੇ ਇੱਕ ਤਨਜਾ ਹੈ ਭਾਵ ਇਹਦੀ ਜੋ ਇਹਦੇ ਘਰ ਵਿੱਚ ਪੁੱਤਰੀ ਹੈ। ਸੁਣੀ ਮ੍ਰਿਤ ਸੋ ਦੋਏ ਦਿਨ ਥਾਈ। ਉਹ ਸੁਣਿਆ ਵੀ ਮਹਾਰਾਜ ਦੋਏ ਦਿਨ ਥਾਈ, ਉਹ ਤਾਂ 2 ਦਿਨਾਂ ਵਿੱਚ ਮ੍ਰਿਤੂ ਹੋ ਗਈ ਉਸ ਦੀ। ਸ੍ਰੀ ਹਰਿ ਗੋਬਿੰਦ ਕਰਨਾ ਠਾਨੀ। ਸ੍ਰੀ ਹਰਗੋਬਿੰਦ ਸਾਹਿਬ ਜੀ ਨੇ ਕਿਰਪਾ ਕਰਨਾ ਕੀਤੀ। ਬਿਗਸ ਬਦਨ ਤੇ ਗਿਰਾ ਬਖਾਨੀ। ਮਹਾਰਾਜ ਨੇ ਮੁਖੋਂ ਹੱਸ ਕਰਕੇ ਬਚਨ ਕਹੇ, ਦਸ਼ਾ ਚੰਦ ਕੀ ਇਹਨੇ ਦਿਖਾਵੋ। ਮਹਾਰਾਜ ਕਹਿੰਦੇ ਆਉ ਕਰੋ ਇਹਦੇ ਪੁੱਤ ਨੂੰ, ਇਹਦੇ ਘਰ ਵਾਲੀ ਨੂੰ ਚੰਦੂ ਦੀ ਹਾਲਤ ਦਿਖਾਵੋ। ਬਿਨ ਦੋਸ਼ੇ ਲਖ ਬਹੁਰ ਛੁਟਾਵੋ। ਪਰ ਹਾਂ ਇਹਨਾਂ ਦਾ ਕੋਈ ਦੋਸ਼ ਨਹੀਂ ਹੈ। ਇਹਨਾਂ ਨੂੰ ਮਹਾਰਾਜ ਕਹਿੰਦੇ ਛੱਡ ਦਿਓ, ਇਹਨਾਂ ਨੂੰ ਹਾਲਤ ਦਿਖਾ ਦਿਓ ਉਹਦੀ। ਇਹਨਾਂ ਦਾ ਕੋਈ ਦੋਸ਼ ਨਹੀਂ ਹੈ। ਬਿਨ ਦੋਸ਼ੇ ਜਾਣ ਕਰਕੇ ਇਹਨਾਂ ਨੂੰ ਫਿਰ ਭਾਈ ਛਡਾ ਦੇਣਾ ਹੈ। ਸੁਣ ਗੁਰ ਤੇ ਤਿੰਨ ਚੰਦ ਦਿਖਾਇਓ। ਤਾਂ ਸੁਣ ਕੇ ਗੁਰੂ ਸਾਹਿਬ ਤੋਂ ਫਿਰ ਇਹਨਾਂ ਨੂੰ ਚੰਦੂ ਦਿਖਾਇਆ ਵੀ ਆ ਵੇਖ ਲਓ ਤੁਹਾਡੇ ਚੰਦੂ ਦਾ ਹਾਲ ਕੀ ਹੈ।
ਪਰਿਓ ਬਿਹਾਲ ਨਹੀਂ ਉਕਸਾਇਓ। ਬੇਹਾਲ ਹੋਇਆ ਪਿਆ ਤੇ ਕੁਸਕਿਆਂ ਦੀ ਜੁੱਤੀਆਂ ਇੰਨੀਆਂ ਪਈਆਂ, ਬਿਸੁਰਤ ਹੋਇਆ ਪਿਆ। ਕੂਕਰ ਅਰ ਚੰਡਾਲਨ ਮਾਹੀ, ਕੁੱਤਿਆਂ ਤੇ ਚੰਡਾਲਾਂ ਦੇ ਵਿੱਚ ਧੋਤੀ ਬਿਨਾ ਅਪਰ ਪਟ ਨਾਹੀ। ਇੱਕ ਧੋਤੀ ਬੰਨੀ ਹੈ, ਹੋਰ ਕੋਈ ਬਸਤਰ ਨਹੀਂ। ਲਿਪਟਿਓ ਧੂਲ ਸੰਗ ਤਨ ਸਾਰੂ, ਧੂਲ ਦੇ ਨਾਲ ਸਾਰਾ ਸਰੀਰ ਲਿਬੜਿਆ ਪਿਆ। ਤੀਏ ਸੁਤ ਦੇਖਤ ਬੜ ਭੈ ਧਾਰੂ, ਜਦੋਂ ਇਹਦੀ ਘਰਵਾਲੀ ਤੇ ਪੁੱਤਰ ਨੇ ਵੇਖਿਆ ਬਹੁਤ ਡਰ ਗਏ। ਪੁੰਨ ਦੇ ਤਰਾਸ ਨਿਕਾਸਨ ਕਰੇ, ਫਿਰ ਉਹਨਾਂ ਨੂੰ ਡਰ ਜਾ ਦੇ ਕੇ ਇੱਥੋਂ ਕੱਢ ਦਿੱਤਾ ਵੀ ਤੁਸੀਂ ਜਾਓ, ਮਹਾਰਾਜ ਨੇ ਤੁਹਾਨੂੰ ਛੱਡ ਦਿੱਤਾ ਹੈ। ਛੁੱਟਤੇ ਭਾਜੇ ਤੂਰਨ ਡਰੇ, ਉਹ ਤਾਂ ਛੁੱਟਣ ਸਾਰ ਭੱਜ ਗਏ, ਇੰਨੇ ਡਰੇ ਹੋਇਆ ਤੁਰੰਤ ਆਪਣੇ ਘਰ ਜਾ ਪਹੁੰਚੇ। ਮਗਰੋਂ ਝਾਕੇ ਵੀ ਨਹੀਂ ਚੰਦੂ ਨਾ ਕੀ ਹੋ ਰਿਹਾ। ਹਾਲ ਇਹੀ ਹੈ ਜਿਨ੍ਹਾਂ ਨੇ ਪਾਪ ਕੀਤੇ ਨਾ, ਜਿਨ੍ਹਾਂ ਵਾਸਤੇ ਪਾਪ ਕਰਦਾ ਸਾਥ ਕਿਸੇ ਨੇ ਨਹੀਂ ਦੇਣਾ, ਫਿਰ ਤਾਂ ਗੁਰਮੁਖੋ ਸਜ਼ਾ ਮਿਲਣੀ ਹੈ। ਆਓ ਹੁਣ ਟਾਈਮ ਹੋ ਗਿਆ ਹੈ ਸਮਾਪਤੀ ਦਾ। ਭੁੱਲ ਚੁੱਕ ਦੀ ਖਿਮਾ। ਸਰਬੱਤ ਮਾਈ ਭਾਈ ਉਚਾਰਨ ਕਰੋ ਜੀ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਉਤਰੇ। ਜੋ ਸ਼ਰਧਾ ਕਰ ਸੇਵ ਦੇ, ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।